ਰਾਮਗੜੀਆ ਵਿਰਾਸਤ ਵਿਸ਼ੇਸ਼ ਐਪੀਸੋਡ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੇ 300 ਸਾਲਾ ਸ਼ਤਾਬਦੀ ਸਮਾਰੋਹ ਦੀ ਲੜੀ ਵਿੱਚ ਜ਼ਮੀਰ ਟੀਵੀ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ ਹੈ। ਇਸ ਨੂੰ ਕੈਨੇਡੀਅਨ ਰਾਮਗੜੀਆ ਸੁਸਾਇਟੀ ਦੇ ਨਿੱਘੇ ਸਹਿਯੋਗ ਤੇ ਸਰਪ੍ਰਸਤੀ ਹੇਠ ਨਜ਼ਰ ਕਰ ਰਹੇ ਹਾਂ, ਜਿਸ ਨੂੰ ਕੈਨੇਡਾ ਦੇ ਨਾਮਵਰ ਸਿੱਖ ਵਿਦਵਾਨ ਅਤੇ ਚਿੰਤਕ ਸਰਦਾਰ ਜੈਤੇਜ ਸਿੰਘ ਅਨੰਤ ਦੀ ਨਿਰਦੇਸ਼ਕ ਹੇਠ ਪੇਸ਼ ਕੀਤਾ ਜਾ ਰਿਹਾ ਹੈ, ਜੋ ਬ੍ਰਿਟਿਸ਼ ਇੰਡੀਆ ਦੇ ਪਹਿਲੇ ਸਿੱਖ ਇਮਾਰਤ ਸਾਜ਼ ਤੇ ਬੇਨਿਆਜ਼ ਹਸਤੀ ਭਾਈ ਰਾਮ ਸਿੰਘ ਜੀ ਦੇ 164ਵੇਂ ਜਨਮ ਦਿਨ ਤੇ ਸਮਰਪਿਤ ਕੀਤੀ ਜਾ ਰਹੀ ਹੈ। भाई राम सिंह का नाम जोड़ा है वह बहुत गूढ़ी तरीके नाल बंधिया होया है म्यू स्कूल ऑफ आर्ट्स नाल। ते इत्थे सुनते सन उन्हों का नाम, लेकिन यह नहीं लोग जानते सन कि उन्होंने की काम की कुछ है लाहौर विच। ते उन्होंने नैशनल जोड़ा म्यू स्कूल ऑफ आर्ट्स ही उस वक्त उहदे विच की कुछ कॉन्ट्रीब्यूट किया है, किस तरीके का उन्होंने उत्थे टाइम रहा है। तहकीकात करते हुए राम सिंह के बारे में पहली गल जी सामने असी शुरू की जिस चीज़ तो वो यह सी कि किताबों में लिखा गया सी कि जी जरा न्यू स्कूल ऑफ आर्ट्स की बिल्डिंग्स ने जी बेहद खूबसूरत बिल्डिंग्स ने वो उन्होंने जो पहला प्रिंसिपल सी जॉन लॉकवुड किपलिंग उन्हें बनाया सन। फिर दिल यह चीज़ बनना नहीं सी क्योंकि काम इन्ना बारीक ते इन्नी डिटेल होया है जो सिर्फ मेरा ख्याल है कि एक आर्किटेक्ट ही कर सकता है जोड़ा इट अच्छी तरीके नाल समझता है। तो यह करते हुए जो चीज़ असी तहकीकात शुरू की तो ज़्यादा साडा मतलब फोकस रहा या मतलब और असी करना शुरू किया राम सिंह उत्ते ਜਿਹੜੇ ਆਪਣੇ ਉੱਥੇ ਇੱਕ ਸਟੂਡੈਂਟ ਦੇ ਤੌਰ ਉੱਤੇ ਆਏ ਸਨ ਤੇ ਪੜ੍ਹੇ ਉੱਥੇ ਸਨ। ਤੇ ਰਾਮ ਸਿੰਘ ਦੀ ਜਿਹੜੀ ਪੈਦਾਇਸ਼ ਸੀ ਇਹ ਇੱਕ ਰਾਮਗੜੀਆ ਫੈਮਿਲੀ ਵਿੱਚ ਹੋਈ। ਪੱਕੇ ਰਾਮਗੜੀਆ ਦੇ ਕਾਰਪੈਂਟਰ ਸਨ, ਕਾਰਪੈਂਟਰਸ ਦੀ ਫੈਮਿਲੀ ਸੀ, ਤਰਖਾਨਾ ਦੀ ਫੈਮਿਲੀ ਅਤੇ ਕੰਮ ਬੜਾ ਜਾਣਦੇ ਸਨ, ਬੜੇ ਮਤਲਬ ਉਹਨਾਂ ਦੀ ਇੱਕ ਪਛਾਣ ਸੀ ਆਪਣੇ ਇਲਾਕੇ ਵਿੱਚ। ਤੇ ਬਟਾਲਾ ਵਿੱਚ ਇਹਨਾਂ ਦੀ ਪੈਦਾਇਸ਼ ਹੋਈ ਇੱਕ ਛੋਟੇ ਜਿਹੇ ਗਾँव ਉੱਥੇ ਜਿਹਦਾ ਨਾਂ ਹੈ ਰਸੂਲ। ਤੇ ਫਿਰ ਉੱਥੇ ਚੂੰਕਿ ਬਹੁਤ ਜ਼ਿਆਦਾ ਮਤਲਬ ਕੰਮ ਅੰਮ੍ਰਿਤਸਰ ਸ਼ਿਫਟ ਹੋ ਗਏ ਤੇ ਜ਼ਿਆਦਾ ਉਹਨਾਂ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਤਾਰੀਖ ਦੀ ਉਹ ਉੱਥੋਂ ਸ਼ੁਰੂ ਹੁੰਦੀ ਹੈ ਅੰਮ੍ਰਿਤਸਰ ਤੋਂ। ਤੇ ਕਹਿੰਦੇ ਨੇ ਲੋਕ ਕਿ ਜੀ ਕਿਤਾਬਾਂ ਵੀ ਕਹਿੰਦੀਆਂ ਨੇ ਹੈ ਕਿ ਜੀ ਇਹਨਾਂ ਨੂੰ ਕਿਪਲਿੰਗ ਨੇ ਤਲਾਸ਼ ਕਰਦੇ ਲੈਂਦੇ ਆਏ ਸਨ। हालांकि जब आप तुसी वेखते हो हिस्ट्री की तरफ या तारीख की तरफ तो यह पता लगता है कि जी ये छोटी जी उम्र उत्ते 14 साल के सन तो इन्हों जोड़ा उत्थे दा डिप्टी कमिश्नर सी अमृतसर का वो बेगम का पियानो जोड़ा सी उसकी एक टंग खराब हो गई सी। तो जोड़े वड्डे वड्डे उत्थे मिस्त्री सन उन्होंने कहा जी असी लोग तो नहीं जा सकते उत्थे क्योंकि वो डरते सन कि अगर कुछ खराब हो गया तो पता नहीं की उसका अंजाम होएगा। ਜਿਹੜਾ ਆਪਣਾ ਰਾਮ ਸਿੰਘ ਸਨ ਉਹਨਾਂ ਨੂੰ ਭੇਜਿਆ ਗਿਆ। ਉਹ 14 ਸਾਲ ਦੀ ਉਹਨਾਂ ਦੀ ਸਿਰਫ ਉਮਰ ਸੀ ਤੇ ਉਹਨਾਂ ਨੇ ਉਹ ਪਿਆਨੋ ਦੀ ਟੰਗ ਠੀਕ ਕੀਤੀ ਤੇ ਉਹਨੂੰ ਇਸ ਤਰੀਕੇ ਨਾਲ ਉਹਨਾਂ ਨੇ ਬਣਾਈ ਉਹਨੂੰ ਕਿ ਡਿਪਟੀ ਕਮਿਸ਼ਨਰ ਵੀ ਬੜਾ ਖੁਸ਼ ਸੀ, ਉਹਦੀ ਬੇਗਮ ਵੀ ਬੜੀ ਖੁਸ਼ ਸੀ ਤੇ ਉਹਨਾਂ ਨੇ ਬੜੀ ਸ਼ਾਬਾਸ਼ ਦਿੱਤੀ ਤੇ ਗੱਲ ਕਿਆ ਕਰਨਾ ਸ਼ੁਰੂ ਕਰ ਦਿੱਤੀ ਇਹਨਾਂ ਦੇ ਰਾਮ ਸਿੰਘ ਦੇ ਬਾਰੇ ਵਿੱਚ। ਤੇ ਐਸੇ ਤਰੀਕੇ ਨਾਲ ਕਿਪਲਿੰਗ ਦੀ ਉਹ ਦੇ ਸਾਹਮਣੇ ਵੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਜੀ ਮੈਂ ਤੇ ਇਹੋ ਜਿਹੇ ਲੋਕ ਤਲਾਸ਼ ਕਰ ਰਹੇ ਹਾਂ ਆਪਣੇ ਨਵੇਂ ਸਕੂਲ ਵਾਸਤੇ ਜਿਹੜਾ ਲਾਹੌਰ ਸਕੂਲ ਆਫ ਕਾਰਪੈਂਟਰੀ ਉਸ ਵਕਤ ਬਣਦਾ ਪਿਆ ਸੀ। ਤੇ ਇਹ ਸਨ ਸੀ 1874 ਗਾਲਿਬਨ। ਇਹਨਾਂ ਦੀ ਰਾਮ ਸਿੰਘ ਦੀ ਪੈਦਾਇਸ਼ ਸੀ 1858। ਉਹ ਵੀ ਇੱਕ ਬੜੀ ਖਾਸ ਮੇਰਾ ਖਿਆਲ ਹੈ ਕਿ ਇੱਕ ਤੁਹਾਨੂੰ ਪਤਾ ਹੈ ਕਿ ਜੀ ਸਾਡੀ ਜਿਹੜੀ ਇੱਕ ਜੰਗ ਆਜ਼ਾਦੀ ਸੀ ਉਹ 1857 ਦੀ ਸੀ ਤੇ ਇੱਕ ਸਾਲ ਬਾਅਦ ਇਹਨਾਂ ਦੀ ਪੈਦਾਇਸ਼ ਹੋਈ ਸੀ। ਉਹ ਵੀ ਅਸੀਂ ਸਮਝਦੇ ਹਾਂ ਕਿ ਇੱਕ ਬੜਾ ਕੋਈ ਖਾਸ ਮਤਲਬ ਹੁੰਦਾ ਹੈ ਹਰ ਇੱਕ ਨੂੰ ਇਹੋ ਜਿਹੀ ਮਤਲਬ ਖਾਸ ਮੌਕੇ ਉੱਤੇ ਹੋਈ। ਤੇ ਫਿਰ ਲਾਹੌਰ ਆ ਕੇ छोटी जी उम्र उत्ते 14-15 साल की इन्हों की उम्र सी तो वो उत्ते लाहौर आ गए
ਤੇ ਆਪਣੇ ਲਾਹੌਰ ਸਕੂਲ ਆਫ ਕਾਰਪੈਂਟਰੀ ਦੇ ਔਰ ਜਿਹੜੇ ਪਹਿਲੇ 4-5 ਸ਼ਾਗਿਰਦ ਸਨ ਉਹਨਾਂ ਵਿੱਚ ਇਹ ਸ਼ੁਮਾਰ ਹੈਗਾ ਇਹਨਾਂ ਦਾ। ਸਾਲ 1873 ਵਿੱਚ ਜਦੋਂ ਭਾਈ ਰਾਮ ਸਿੰਘ ਜੀ ਅਜੇ 15 ਸਾਲ ਦੀ ਉਮਰ ਦੇ ਹੀ ਸਨ, ਤਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਿਲੀਅਮ ਯੰਗ ਦੀ ਮੇਮ ਸਾਹਿਬ ਦਾ ਖਰਾਬ ਹੋਇਆ ਪਿਆਨੋ ਆਪਣੀ ਸੂਝ, ਸਿਆਣਪ, ਦੂਰ ਅੰਦੇਸ਼ੀ ਤੇ ਗੁਣਾਂ ਨਾਲ ਠੀਕ ਕਰਕੇ ਸ਼ਾਬਾਸ਼ੀ ਦੇ ਪਾਤਰ ਬਣੇ। ਰਾਮ ਸਿੰਘ ਸਾਡੇ ਦੇਸ਼ ਪੰਜਾਬ ਦਾ ਸਪੂਤ ਹੈ। ਛੋਟੀ ਉਮਰ ਵਿੱਚ 16-17 ਸਾਲ ਵਿੱਚ ਅੰਮ੍ਰਿਤਸਰ ਦਾ ਵਜ਼ੀਰ ਦਾ ਡਿਪਟੀ ਕਮਿਸ਼ਨਰ ਸੀ। ਮੈਕਵਥ ਯੰਗ ਉਹਦਾ ਨਾਂ ਸੀ। ਉਹਨੇ ਤੇ ਉਹਦੀ ਬੇਗਮ ਨੇ ਇਹਦਾ ਨਾਂ ਅੰਮ੍ਰਿਤਸਰ ਭੇਜਿਆ ਕਿਉਂਕਿ ਉੱਥੇ ਇੱਕ ਸਕੂਲ ਬਣ ਰਿਹਾ ਸੀ, ਲਾਹੌਰ ਸਕੂਲ ਆਫ ਕਾਰਪੈਂਟਰੀ। ਇਹ ਉੱਥੇ ਜਾ ਕੇ ਇਹਦੀ ਕਾਬਲੀਅਤ ਦਾ ਇੰਨਾ ਅਸਰ ਹੋਇਆ ਕਿ ਉਹਨਾਂ ਨੇ ਸੋਚਿਆ ਕਿ ਇਹ ਸਕੂਲ ਵੀ ਇਹਦੇ ਸਿਰ 'ਤੇ ਸਾਰਾ ਚੱਲ ਸਕਦਾ ਹੈ। ਪਰ ਅਗੇ ਚੱਲ ਰਿਹਾ ਸੀ ਕਿ ਉਦੋਂ ਫੈਸਲਾ ਹੋ ਗਿਆ ਹਕੂਮਤ ਦਾ ਕਿ ਉਹਨਾਂ ਨੇ ਇੱਕ ਨਿਊ ਸਕੂਲ ਆਫ ਆਰਟਸ ਬਣਾਉਣਾ ਹੈ। ਉਹ ਬਣਾ ਦਿੱਤਾ ਗਿਆ। ਉਹਦਾ ਪ੍ਰਿੰਸੀਪਲ ਲੌਕਵੁੱਡ ਕਿਪਲਿੰਗ ਆ ਗਿਆ। ਇਹਨਾਂ ਦੋਹਾਂ ਦਾ ਇਕੱਠਾ ਹੋਣਾ ਥੋੜ੍ਹਾ ਜਿਹਾ ਸਾਨੂੰ ਸੋਚਣਾ ਚਾਹੀਦਾ ਹੈ। ਇੱਕ ਬੰਨੇ ਸਾਡੇ ਕੋਲ ਰਾਮ ਸਿੰਘ ਹੈ, ਨੌਜਵਾਨ, ਛੋਟੀ ਉਮਰ ਦਾ, ਲੇਕਿਨ ਮਹਾਂ ਦਾ ਕਾਰੀਗਰ, ਐਵਰੀਗਰ, ਜੋ ਉਹਨੂੰ ਇੱਥੇ ਦੇਸੀ ਨੌਲੇਜ ਮਿਲ ਸਕਦੀ ਸੀ ਆਪਣੇ ਹੁਨਰ ਦੀ, ਆਪਣੇ ਕਰਾਫਟ ਦੀ, ਉਹਦੇ ਕੋਲ ਹੈ ਸੀ। ਦੂਜੇ ਬੰਨੇ ਲੌਕਵੁੱਡ ਕਿਪਲਿੰਗ, ਉਹ ਇੱਕ ਅੰਗਰੇਜ਼ ਹੈ। ਉਹ ਖਾਸ ਕਿਸਮ ਦਾ ਅੰਗਰੇਜ਼ ਹੈ। ਉਹ ਐਸਾ ਅੰਗਰੇਜ਼ ਹੈ ਜਿਹਨੂੰ ਹਿੰਦੁਸਤਾਨ ਦੇ ਕਰਾਫਟ, ਹਿੰਦੁਸਤਾਨ ਦੇ ਆਰਟ ਨਾਲ ਪੂਰਾ ਇਸ਼ਕ ਸੀ। ਉਹਦੇ ਸਿੱਖਣ ਦੇ ਤਲਾਸ਼ ਵਿੱਚ ਲੰਡਨ ਤੋਂ ਪਹਿਲੇ ਬੰਬੇ ਆਉਂਦਾ ਤੇ ਬੰਬੇ ਤੋਂ ਫਿਰ ਪ੍ਰਿੰਸੀਪਲ ਬਣ ਕੇ ਲਾਹੌਰ ਆ ਜਾਂਦਾ ਨਿਊ ਸਕੂਲ ਆਫ ਆਰਟਸ ਦਾ। ਇਹ ਦੋ ਧਾਰਾ, ਇਲਮ ਦੀਆਂ ਦੋ ਧਾਰਾ, ਇੱਕ ਦੇਸੀ, ਇੱਕ ਵਿਦੇਸੀ। ਦੇਸੀ ਰਾਮ ਸਿੰਘ, ਵਿਦੇਸੀ ਲੌਕਵੁੱਡ, ਜਿਸ ਤਰ੍ਹਾਂ ਇਕੱਠੀਆਂ ਹੁੰਦੀਆਂ ਨੇ ਤੇ ਇੱਕ ਮੋਜ਼ਾ ਪੈਦਾ ਹੁੰਦਾ। ਉਹ ਮੋਜ਼ੇ ਨੂੰ ਅਸੀਂ ਰਾਮ ਸਿੰਘ ਦਾ ਫਨ ਤਾਮੀਰ, ਆਰਕੀਟੈਕਚਰ ਕਹਿ ਸਕਦੇ ਹਾਂ। ਇਹ ਜਿਹੜੀਆਂ ਦੋ ਧਾਰਾ ਨੇ ਇਸ ਵਾਸਤੇ ਬੜੀਆਂ ਜ਼ਰੂਰੀ ਨੇ ਕਿ ਇਹ ਨਹੀਂ ਸਮਝਿਆ ਜਾਏ ਕਿ ਰਾਮ ਸਿੰਘ ਨਿਕੰਮਾ ਦੇ ਖਾਲੀ ਬਰਤਨ ਸੀ। ਉਹਦੇ ਕੋਲ ਬਹੁਤ ਅੱਛਾ, ਬਹੁਤ ਆਲਾ ਇਲਮ ਆਲਰੇਡੀ ਹੈ ਸੀ, ਉਹਦਾ ਹੁਨਰ ਸੀ ਜਿਸ ਨੇ ਰਲਦੇ ਨੇ। ਤੇ ਲੌਕਵੁੱਡ ਕਿਪਲਿੰਗ ਨੂੰ ਫੌਰਨ ਅਹਿਸਾਸ ਹੁੰਦਾ ਹੈ ਕਿ ਇਹ ਖਾਸ ਕਿਸਮ ਦਾ ਮੇਰਾ ਸ਼ਾਗਿਰਦ ਹੈ ਔਰ ਉਹਨਾਂ ਦੇ ਨਾਲ ਖਾਸ ਦੋਸਤੀ ਔਰ ਖਾਸ ਉਹਦਾ ਖਿਆਲ ਕੀਤਾ। ਉਹਦੇ ਵਿੱਚ ਫਿਰ ਉਹਨੂੰ ਨਿਊ ਸਕੂਲ ਆਫ ਆਰਟਸ ਦੀ ਬਿਲਡਿੰਗ ਬਣਾਉਣ ਦੇ ਵਿੱਚ ਵੀ ਦਾਵਤ ਦਿੱਤੀ। ਫਿਰ ਹਰ ਕੰਮ ਜਿਹੜਾ ਸਰਕਾਰ ਦਾ ਕਰਨਾ ਹੁੰਦਾ ਸੀ ਉਹਨੂੰ ਲੌਕਵੁੱਡ ਕਿਪਲਿੰਗ ਆਪਣੇ ਰਾਮ ਸਿੰਘ ਸਾਹਿਬ ਨੂੰ ਅੱਗੇ ਕਰ ਦਿੰਦੇ ਸੀ। ਇਹਨਾਂ ਨੇ ਫਿਰ ਆਪਣਾ ਬੜਾ ਨਾਂ ਕਮਾਇਆ। ਬੜੀ ਜਲਦੀ 'ਚ ਇਹਨਾਂ ਦਾ ਲੱਕੜੀ ਦਾ ਕੰਮ ਹੋਇਆ। ਕੁਈਨ ਵਿਕਟੋਰੀਆ ਤੱਕ ਵੀ ਪਹੁੰਚੇ, ਉਹ ਵੀ ਸਭ ਨੂੰ ਕਹਾਣੀ ਪਤਾ ਹੈ। ਉੱਥੇ ਰਹੇ, ਉੱਥੇ ਦਾ ਕਮਾਲ ਕੀਤਾ, ਉੱਥੇ ਦੀ ਸੁਸਾਇਟੀ 'ਚ ਆਪਣਾ ਨਾਮ ਬਣਾਇਆ। ਵਾਪਸ ਆਏ, ਇਟਸਨ ਕਾਲਜ ਲਾਹੌਰ ਦਾ ਇੱਕ ਕੰਪੀਟੀਸ਼ਨ ਹੋਇਆ ਸੀ। ਉਹਦੇ ਵਿੱਚ ਇਹਨਾਂ ਨੇ ਮੁਕਾਮੀ ਅੰਗਰੇਜ਼ ਇੰਜੀਨੀਅਰਸ ਦਾ ਮੁਕਾਬਲਾ ਕੀਤਾ ਤੇ ਆਪਣਾ ਇਨਾਮ ਜਿੱਤੇ। ਉਹਦੇ ਬਾਅਦ ਇਹਨਾਂ ਨੇ ਤਕਰੀਬਨ ਹਰ ਇੱਥੇ ਦਾ ਜਿਹੜਾ ਕੋਈ ਇੰਪੋਰਟੈਂਟ ਨਵਾਬ ਜਾਂ ਇੰਪੋਰਟੈਂਟ ਯਾਨੀ ਜਿਹੜੀ ਅਹਿਮ ਚੀਜ਼ ਕੋਈ ਬਿਲਡਿੰਗ ਹੁੰਦੀ ਸੀ ਉਹਨਾਂ ਦੇ ਵਿੱਚ ਇਸਤੇਮਾਲ ਹੁੰਦਾ ਸੀ। ਲਾਹੌਰ ਮਿਊਜ਼ੀਅਮ ਖਾਸ ਤੌਰ 'ਤੇ ਬੜੀ ਇਹਨਾਂ ਦਾ ਕਮਾਲ ਦਾ ਫਨ ਹੈ। ਪੰਜਾਬ ਯੂਨੀਵਰਸਿਟੀ ਇਹਨਾਂ ਦਾ ਬੜਾ ਕਮਾਲ ਦਾ ਫਨ ਹੈ। ਇਹ ਸਾਰੀਆਂ ਤਸਵੀਰਾਂ ਤੁਹਾਨੂੰ ਮਿਲ ਜਾਂਦੀਆਂ ਨੇ ਔਰ ਦੇਖੀਆਂ ਜਾ ਸਕਦੀਆਂ ਨੇ। ਇਹਦੇ ਬਾਅਦ ਮੈਂ ਸਿਰਫ ਇੰਨੀ ਹੋਰ ਗੱਲ ਕਰਾਂਗਾ ਕਿ ਇਹ ਅਸੀਂ ਜਿਹੜੀ ਮੌਕਾ 'ਤੇ ਐਗਜ਼ੀਬਿਸ਼ਨ ਹੋ ਰਹੀ ਹੈ ਔਰ ਜਿਸ ਤਰ੍ਹਾਂ ਕਰ ਰਹੇ ਨੇ, ਇਹ ਰਾਮਗੜ੍ਹੀ ਔਰ ਰਾਮਗੜ੍ਹ ਫੈਮਿਲੀ ਦਾ ਇੱਕ ਬਹੁਤ ਅਜ਼ੀਮ ਕਾਰਨਾਮਾ ਹੈ। ਜਿਹੜਾ ਬਿਲਡਿੰਗਸ ਹੈਗੀਆਂ ਨੇ ਨਿਊ ਸਕੂਲ ਆਫ ਆਰਟਸ ਦੀ ਜਿਹੜੀ ਇਹਨਾਂ ਨੇ ਬਣਾਈਆਂ ਸਨ ਰਾਮ ਸਿੰਘ ਜੀ ਨੇ, ਇਹਨਾਂ ਦੇ ਵਿੱਚ ਜਿਹੜੀ ਖਾਸ ਗੱਲ ਹੈਗੀ ਹੈ ਕਿ ਇੱਕ ਤੇ ਬਹੁਤ ਹੀ ਮਤਲਬ ਸੂਰਤ ਕਿਸਮ ਦੀ ਬੜੀ ਪ੍ਰਪੋਰਸ਼ਨੇਟ ਹੈਗੀਆਂ ਨੇ। ਇਹ ਨਹੀਂ ਹੈਗਾ ਕਿ ਕੋਈ ਚੀਜ਼ ਆਪਣੀ ਜਗ੍ਹਾ ਤੋਂ ਹਿਲੀ ਹੈ। ਹਰ ਚੀਜ਼ ਲੱਗਦਾ ਹੈ ਕਿ ਸੋਚ ਸਮਝਦੇ ਔਰ ਫਿਰ ਬਣਾਈ ਗਈ ਹੈ। ਡਿਜ਼ਾਈਨ ਨਹੀਂ ਹੁੰਦਾ, ਡਿਜ਼ਾਈਨ ਨਹੀਂ ਹੁੰਦਾ। ਜਿਹੜੇ ਡਿਜ਼ਾਈਨ ਦੀ ਬੁਨਿਆਦ ਹੁੰਦੀ ਹੈ ਉਹ ਤੁਹਾਨੂੰ ਉੱਥੇ ਨਜ਼ਰ ਆਉਂਦੀ ਹੈ। ਦੂਸਰੀ ਚੀਜ਼ ਹੈਗੀ ਹੈ ਕਿ ਇਹਨਾਂ ਨੇ ਆਬੋ ਹਵਾ ਦਾ ਵੀ ਬੜਾ ਹੀ ਧਿਆਨ ਰੱਖਿਆ ਸੀ।
ਮਿਸਾਲ ਦੇ ਤੌਰ ਉੱਤੇ ਉਸ ਵਕਤ ਦੀ ਬਿਲਡਿੰਗਸ ਬਣਦੀਆਂ ਸਨ ਕਿ ਵਿਚਕਾਰ ਕੋਰੀਡੋਰ ਜਾਂਦੇ ਸਨ ਤੇ ਕਮਰੇ ਦੋਨੋਂ ਪਾਸੇ ਹੁੰਦੇ ਸਨ। ਇਹਨਾਂ ਨੇ ਬਿਲਕੁਲ ਫਰਕ ਕੀਤਾ। ਉਹਨਾਂ ਨੇ ਕਿਹਾ ਜੀ ਬਿਲਡਿੰਗਸ ਇੱਕ ਪਾਸੇ ਹੋਣਗੀਆਂ ਤੇ ਵਿੱਚ ਇੱਕ ਕੋਰੀਡੋਰ ਚਲੇਗਾ ਜਿਹਦੇ ਵਿੱਚ ਇੱਕ ਤੁਸੀਂ ਸਮਝ ਲਓ ਕਿ ਜੀ ਜਿੱਥੇ ਬ੍ਰੀਜ਼ ਵੇ ਹੁੰਦੀ ਹੈ ਕਿ ਹਵਾ ਚੱਲਦੀ ਹੈ। ਫਿਰ ਉਹਨਾਂ ਨੇ ਇਹ ਵੀ ਕੀਤਾ ਕਿ ਜੀ ਜਾਲੀ ਦਾ ਇਸਤੇਮਾਲ ਕੀਤਾ। ਹੁਣ ਜਾਲੀ ਜਿਹੜੀ ਬ੍ਰਿਕ ਦੀ ਜਾਲੀ ਬਣਦੀ ਹੈ ਉਹਦੀ ਤੁਸੀਂ ਵੇਖੋ ਕਿ ਜਾਲੀ ਦਾ ਇਸਤੇਮਾਲ ਬੜਾ ਹੀ ਆਮ ਹੁੰਦਾ ਸੀ, ਲੇਕਿਨ ਫਿਰ ਜਾ ਕੇ ਲੋਕਾਂ ਨੇ ਛੱਡ ਦਿੱਤਾ ਤੇ ਜਿਹੜੀ ਬ੍ਰਿਟਿਸ਼ ਟਾਈਮ ਵਿੱਚ ਬਿਲਡਿੰਗਸ ਬਣਦੀਆਂ ਪਈਆਂ ਸਨ ਉਹਨਾਂ ਦੇ ਤੇ ਆਰਕੀਟੈਕਟਸ ਨੇ ਨਹੀਂ ਬਣਾਈਆਂ ਸਨ। ਉਹ ਜਾਲੀ ਦਾ ਖਾਸ ਤੌਰ ਤੇ ਸਾਡੇ ਪੰਜਾਬ ਦੇ ਵਿੱਚ ਜਿਹੜੀ ਗੱਲ ਹੈ ਕਿ ਇਹ ਥੋੜਾ ਬਹੁਤਾ ਹਵਾ ਦੇ ਵਿੱਚ ਉਹ ਹੀਟਰ ਪੈਦਾ ਕਰ ਦਿੰਦੀ ਹੈ। ਹਾਂ, ਤੇ ਤੀਸਰੀ ਗੱਲ ਜਿਹੜੀ ਹੁੰਦੀ ਹੈ ਜਿਹੜੀ ਸਾਡੇ ਉੱਥੇ ਨੈਸ਼ਨਲ ਕਾਲਜ ਆਫ ਆਰਟਸ ਨੂੰ ਕਿਹਾ ਜਾਂਦਾ ਹੈ ਸਕੂਲ ਆਫ ਆਰਟਸ, ਕਿ ਉਹ ਇੱਕ ਕੋਰਟਯਾਰਡ ਦੇ ਨਾਮ ਸੀ। ਜਿਹੜਾ ਪਹਿਲਾ ਕੋਰਟਯਾਰਡ ਇਹਨਾਂ ਨੇ ਬਣਾਇਆ ਸੀ ਜਿੱਥੇ ਪ੍ਰਿੰਸੀਪਲ ਦਾ ਦਫ਼ਤਰ ਹੈਗਾ, ਉੱਥੇ ਫਿਰ ਹੁਣ ਐਗਜ਼ੀਬਿਸ਼ਨ ਹਾਲ ਨੇ ਤੇ ਵੱਡੇ ਵੱਡੇ ਕਮਰੇ ਨੇ, ਸਟੂਡੀਓਜ਼, ਤੇ ਉਸ ਦਾ ਅਸੀਂ ਨਾਂ ਰੱਖਿਆ ਸੀ ਜਦ ਸਾਡੀ ਉੱਥੇ 125th ਐਨੀਵਰਸਰੀ ਹੁੰਦੀ ਪਈ ਸੀ, ਉਹਦਾ ਨਾਂ ਰੱਖ ਦਿੱਤਾ ਰਾਮ ਸਿੰਘ ਕੁਆਡਰੈਂਗਲ, ਤਾਂ ਕਿ ਉਹਨਾਂ ਦਾ ਨਾਂ ਜ਼ਿੰਦਾ ਵੀ ਰਹੇ ਤੇ ਯਾਦ ਰਹੇ ਲੋਕਾਂ ਨੂੰ। ਤੇ ਉਹ ਵੀ ਇੱਕ ਖਾਸ ਫੀਚਰ ਹੁੰਦਾ ਹੈ ਬਿਲਡਿੰਗਸ ਦਾ ਕਿ ਜਿਹੜਾ ਮਤਲਬ ਗਰਮੀ ਨੂੰ ਘੱਟ ਕਰਨ ਦਾ ਤਰੀਕਾ ਹੁੰਦਾ ਹੈ। ਤੁਹਾਨੂੰ ਪਤਾ ਹੈ ਕਿ ਸਾਡੀ ਰਵਾਇਤੀ ਬਿਲਡਿੰਗਸ ਵਿੱਚ ਵੀ ਇਹੀ ਇਸਤੇਮਾਲ ਹੁੰਦਾ ਸੀ। ਤੇ ਇਹ ਜੇ ਸਾਰਾ ਸ਼ਕਲ ਹੈਗੀ ਹੈ ਨੈਸ਼ਨਲ ਕਾਲਜ ਆਫ ਆਰਟਸ ਦੀ ਬਿਲਡਿੰਗਸ ਦੀ, ਤੇ ਵੱਡੇ ਵੱਡੇ ਕਮਰੇ, ਉੱਚੀ ਛੱਤਾਂ, ਉਹ ਸਾਰਾ ਕੁਝ ਤੁਸੀਂ ਉੱਥੇ ਤੁਹਾਨੂੰ ਨਜ਼ਰ ਆਉਂਦਾ ਹੈ। ਉਹਦੇ ਨਾਲ ਹੀ ਬਿਲਕੁਲ ਜੁੜੀ ਹੋਈ ਹੋਰ ਇੱਕ ਬਿਲਡਿੰਗ ਹੈਗੀ ਹੈ ਜਿਹੜੀ ਰਾਮ ਸਿੰਘ ਨੇ ਬਣਾਈ ਸੀ, ਉਹ ਹੈਗੀ ਹੈ ਜੀ ਲਾਹੌਰ ਮਿਊਜ਼ੀਅਮ। ਹੁਣ ਇਹ ਵੇਖੋ ਕਿ ਕਾਲਜ ਤੇ ਛੋਟਾ ਜਿਹਾ ਮਤਲਬ ਕੋਈ ਉਸਦੀ ਇੰਨੀ ਕੋਈ ਖਾਸ ਹੈਸੀਅਤ ਸ਼ਾਇਦ ਉਸ ਵਕਤ ਨਾ ਹੋਵੇ, ਲੇਕਿਨ ਮਿਊਜ਼ੀਅਮ ਤਾਂ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਇੱਕ ਸ਼ਹਿਰ ਵਿੱਚ। ਤੇ ਉਸ ਪਤਾ ਨਹੀਂ ਸੀ ਉਸ ਵਕਤ ਕਿ ਜਨਾਬ ਕਿਸ ਨੇ ਬਣਾਈ ਹੈਗੀ ਹੈ ਬਿਲਡਿੰਗ ਨਾ। ਤੇ ਤਹਿਕੀਕਾਤ ਕਰਦੇ ਹੋਏ ਸਾਨੂੰ ਇੱਕ ਜਿਹੜਾ ਜੌਨ ਲੌਕਵੁੱਡ ਕਿਪਲਿੰਗ ਹੈਗਾ ਉਹਦੀ ਇੱਕ ਤਹਿਰੀਰ ਕੀਤੀ ਹੋਈ ਹੈ, ਇੱਕ ਕੋਈ ਰਿਪੋਰਟ ਸੀ ਮਿਲੀ ਜਿਹਦੇ ਵਿੱਚ ਲਿਖਿਆ ਹੋਇਆ ਸੀ ਕਿ ਜੀ ਇਹ ਰਾਮ ਸਿੰਘ ਦੀ ਬੜੀ ਹੋਈ ਬਿਲਡਿੰਗ ਹੈਗੀ ਹੈ। ਹਾਲਾਂਕਿ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਉਹਨੂੰ ਨੋਰਮਲੀ ਕਹਿੰਦੇ ਸਨ ਕਿ ਜੀ ਇਹ ਸ਼ਾਇਦ ਜੌਨ ਲੌਕਵੁੱਡ ਕਿਪਲਿੰਗ ਨੇ ਕੀਤੀ ਹੈ। ਤੇ ਉਹਦੀ ਬਿਲਡਿੰਗ ਵੀ ਬੜੀ ਮਤਲਬ ਇੱਕ ਬਹੁਤ ਹੀ ਖੂਬਸੂਰਤ ਕਿਸਮ ਦੀ ਬਿਲਡਿੰਗ ਹੈ। ਪਹਿਲੇ ਤੁਸੀਂ ਦਾਖਲ ਅੰਦਰ ਹੁੰਦੇ ਹੋ ਤੇ ਇੱਕ ਫੋਇਰ ਹੈਗਾ, ਇੱਕ ਲੌਬੀ ਹੈਗੀ ਹੈ, ਤੇ ਉਸ ਲੌਬੀ ਦਾ ਪੂਰਾ ਜਿਹੜੀ ਦੀਵਾਰਾਂ ਨੇ ਨਾ ਉਹ ਸਾਰੀਆਂ ਉਹਦੇ ਵਿੱਚ ਨਕਸ਼ਕਾਰੀ ਹੈਗੀ ਹੈ ਜਿਹਨੂੰ ਫਰੈਸਕੋ ਕਹਿੰਦੇ ਨੇ ਬਲੈਕ ਵਿੱਚ। ਤੇ ਉਹ ਫਰੈਸਕੋ ਵੀ ਕੀਤਾ ਹੋਇਆ ਸੀ ਇੱਕ ਮੇਓ ਸਕੂਲ ਆਫ ਆਰਟਸ ਦਾ ਜਿਹੜੀ ਪਹਿਲੀ ਬੈਚ ਦਾ ਇੱਕ ਸਟੂਡੈਂਟ ਸੀ, ਕੀ ਨਾਂ ਸੀ ਉਹਨਾਂ ਦਾ, ਆਪਣਾ ਮੁਹੰਮਦ ਨਾਮ ਮੇਰੇ ਜ਼ੇਨ ਵਿੱਚ ਨਿਕਲਦਾ ਪਿਆ, ਲੇਕਿਨ ਬਹਰਹਾਲ ਉਹਨਾਂ ਨੂੰ ਕਮਿਸ਼ਨ ਕੀਤਾ ਕਿ ਜੀ ਉਹਦੇ ਉਹਨੂੰ ਪੂਰਾ ਡੈਕੋਰੇਟ ਵਗੈਰਾ ਕਰਨਗੇ, ਸਜਾਉਣਗੇ। ਮਹਾਰਾਜ ਉਹਦੇ ਵਿੱਚ ਹੋਰ ਵੀ ਗੱਲਾਂ ਨੇ ਜੀ, ਨਾਲ ਨਾਲ ਬਾਕੀ ਵੀ ਬਿਲਡਿੰਗਾਂ ਹੁੰਦੀਆਂ ਬੜੀਆਂ ਆਉਂਦੀਆਂ ਨੇ, ਬੜੇ ਕਮਾਲ ਦੀ ਗੱਲ ਹੈ। ਇਹਦੇ ਵਿੱਚ ਮੇਰਾ ਖਿਆਲ ਹੈ ਕਿ ਇੱਕ ਹੁਣ ਥੋੜ੍ਹਾ ਜਿਹਾ ਟਾਈਮ ਅਸੀਂ ਸਾਰੀ ਡਿਟੇਲ ਨਹੀਂ ਜਾ ਸਕਦੇ, ਲੇਕਿਨ ਇੱਕ ਮੇਰਾ ਖਿਆਲ ਹੈ ਕਿ ਕਿਪਲਿੰਗ ਨੇ ਲਿਖਿਆ ਸੀ ਆਂਦੀ, ਕਿਉਂਕਿ ਉਹ ਬਹੁਤ ਚੰਗੀ ਤਰ੍ਹਾਂ ਪਛਾਣਦਾ ਸੀ ਸਾਡਾ ਜਿਹਨੂੰ ਆਪਣਾ ਹੈਰੀਟੇਜ ਕਹਿੰਦੇ ਨੇ, ਆਪਣਾ ਪਾਸਟ ਕਹਿੰਦੇ ਨੇ, ਵਿਰਸਾ ਕਹਿੰਦੇ ਨੇ। ਉਹਨੇ ਲਿਖਿਆ ਕਿ ਜੇ ਕਿਸੇ ਨੇ ਆਰਟ ਸਿੱਖਣਾ ਜਾਂ ਕਿਸੇ ਕਿਸਮ ਦੀ ਆਰਟ ਦੀ ਸ਼ਕਲ, ਭਾਵੇਂ ਕੈਲੀਗ੍ਰਾਫੀ ਹੋਵੇ, ਭਾਵੇਂ ਫ੍ਰੈਸਕੋ ਹੋਵੇ, ਭਾਵੇਂ ਆਰਕੀਟੈਕਚਰ ਹੋਵੇ, ਉਹਨੇ ਕਿਹਾ ਲਾਹੌਰ ਦੇ ਵਿੱਚ ਇਹਦਾ ਇਸ ਤੋਂ ਵੱਡਾ ਖੂਬਸੂਰਤ ਜਗ੍ਹਾ ਕੋਈ ਨਹੀਂ। ਉਹਦਾ ਬਾਰ-ਬਾਰ ਕਿਹਾ ਜਿਹੜੀ ਮਸਜਿਦ ਵਜ਼ੀਰ ਖਾਨ ਹੈ, ਉਹ ਆਪਣੇ ਸਕੂਲ ਨੂੰ ਤਾਂ ਭੇਜਦਾ ਸੀ ਜਾ ਕੇ, ਉਹਨਾਂ ਨੂੰ ਸਟੱਡੀ ਕਰਕੇ ਤਾਂ ਅਸੀਂ ਵੇਖਦੇ ਕਿ ਉਹਦਾ ਅਸਰ ਰਾਮ ਸਿੰਘ ਦੇ ਕੰਮ ਵਿੱਚ ਬਹੁਤ ਨਜ਼ਰ ਆਉਂਦਾ ਹੈ। ਜਿਹੜੀ ਕਿ ਉਹਦੇ 'ਚ ਲਾਈਨ ਦੀ ਕਲੈਰਿਟੀ, ਜਿਹੜੀ ਉਹਦੀ ਪ੍ਰਪੋਰਸ਼ਨਲਾਈਜ਼ੇਸ਼ਨ, ਉਹ ਸਾਰਾ ਕੁਝ ਆਦਮੀ ਜਿਹਨੇ ਨੇ ਉੱਥੇ ਦੀ ਮੇਜਰ ਡਰਾਇੰਗ ਕਰਦੀ ਹੋਵੇ ਨਾ, ਉਹਨੂੰ ਸਮਝ ਆ ਜਾਂਦਾ। ਸਨ 1875 ਵਿੱਚ ਮੇਓ ਸਕੂਲ ਆਫ ਆਰਟਸ ਲਾਹੌਰ ਵਿਖੇ ਸਥਾਪਿਤ ਹੋਇਆ, ਜਿਸ ਦੇ ਪਹਿਲੇ ਬੈਚ ਵਿੱਚ ਹੀ ਭਾਈ ਰਾਮ ਸਿੰਘ ਨੇ ਦਾਖਲਾ ਲੈ ਲਿਆ। 1 ਅਪ੍ਰੈਲ 1883 ਨੂੰ ਮੇਓ ਸਕੂਲ ਆਫ ਆਰਟਸ ਲਾਹੌਰ ਵਿਖੇ ਸਹਾਇਕ ਮਾਸਟਰ ਵਜੋਂ ਸਕੂਲ ਦੀ ਨੌਕਰੀ ਪ੍ਰਵਾਨ ਕਰ ਲਈ।
ਪਹਿਲਾ ਸਿੱਖ ਮਾਰਸ਼ਾਲ ਭਾਈ ਰਾਮ ਸਿੰਘ, ਜਿਸ ਨੇ 15 ਸਾਲ ਦੀ ਉਮਰ ਵਿੱਚ ਸੰਨ 1873 ਵਿੱਚ ਸ਼੍ਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਿਲੀਅਮ ਯੰਗ ਦੀ ਮੇਮ ਸਾਹਿਬਾਂ ਦੀ ਖਰਾਬ ਹੋ ਚੁੱਕੀ ਪਿਆਨੋ ਨੂੰ ਆਪਣੀ ਸੂਝ, ਸਿਆਣਪ ਤੇ ਕਾਰਾਗਿਰੀ ਨਾਲ ਪਿਆਨੋ ਦਾ ਨੁਕਸ ਲੱਭ ਕੇ ਉਸ ਨੂੰ ਸਹੀ ਰੂਪ ਵਿੱਚ ਲਿਆਂਦਾ ਸੀ ਤੇ ਆਪਣੀ ਕਲਾ ਕੁਸ਼ਲਤਾ ਦੇ ਸਦਕੇ ਡਿਪਟੀ ਕਮਿਸ਼ਨਰ ਦੀ ਸ਼ਾਬਾਸ਼ ਦਾ ਪਾਤਰ ਬਣਿਆ। ਇਹ ਸਭ ਕੁਝ ਰਾਮ ਸਿੰਘ ਨੇ ਸਕੂਲ ਤੋਂ ਨਹੀਂ ਸਗੋਂ ਆਪਣੇ ਪਿਤਾ ਰਸੂਲਪੁਰ ਦੇ ਮਿਸਤਰੀ ਆਸਾ ਸਿੰਘ ਤੋਂ ਹੀ ਸਿੱਖਿਆ ਸੀ। ਭਾਈ ਰਾਮ ਸਿੰਘ ਨੇ ਬਰਤਾਨੀਆ ਦੇ ਦਰਬਾਰ ਹਾਲ ਦਾ ਕੰਮ 31 ਮਾਰਚ 1893 ਵਿੱਚ ਸਮਾਪਤ ਕਰ ਦਿੱਤਾ। ਮਹਾਰਾਣੀ ਵਿਕਟੋਰੀਆ ਭਾਈ ਰਾਮ ਸਿੰਘ ਦੇ ਕੰਮ ਨੂੰ ਵੇਖ ਗਦਗਦ ਹੋ ਗਈ। ਉਸਨੇ ਖੁਸ਼ੀ 'ਚ ਭਾਈ ਰਾਮ ਸਿੰਘ ਨੂੰ ਦਸਤਖਤ ਕਰਕੇ ਆਪਣੀ ਫੋਟੋ ਅਤੇ ਇੱਕ ਸੋਨੇ ਦਾ ਪੈਨ ਤੋਹਫੇ ਵਜੋਂ ਪੇਂਟ ਕੀਤਾ। ਆਪਣੇ ਦਰਬਾਰੀ ਕਲਾਕਾਰ ਪਾਸੋਂ ਭਾਈ ਰਾਮ ਸਿੰਘ ਦੀ ਤਸਵੀਰ ਚਿੱਤਰਿਤ ਕਰਨ ਲਈ ਕਿਹਾ, ਜਿਸ ਨੇ ਭਾਈ ਰਾਮ ਸਿੰਘ ਦਾ ਇੱਕ ਚਿੱਤਰ ਪੋਰਟਰੇਟ ਬਣਾਇਆ ਜੋ ਅੱਜ ਵੀ ਮਹਾਰਾਣੀ ਦੇ ਦਰਬਾਰ ਹਾਲ ਵਿੱਚ ਸ਼ੋਭਾ ਬਣਿਆ ਹੋਇਆ ਹੈ। ਪਹਿਲਾ ਸਿੱਖ ਮਾਰਸ਼ਾਲ ਭਾਈ ਰਾਮ ਸਿੰਘ ਨੂੰ ਸੰਨ 1905 ਵਿੱਚ ਵਾਇਸਰਾਏ ਨੇ ਕੇਸਰੇ ਹਿੰਦ ਦਾ ਖਿਤਾਬ ਦਿੱਤਾ। ਸੰਨ 1907 ਵਿੱਚ ਸਰਦਾਰ ਸਾਹਿਬ ਦਾ ਖਿਤਾਬ ਨਾਲ ਨਿਵਾਜਿਆ ਗਿਆ। ਸੰਨ 1911 ਵਿੱਚ ਭਾਈ ਰਾਮ ਸਿੰਘ ਨੂੰ ਸਰਦਾਰ ਬਹਾਦਰ ਦੇ ਖਿਤਾਬ ਨਾਲ ਉਹਦਾ ਸਤਿਕਾਰ ਕੀਤਾ ਗਿਆ। ਭਾਈ ਰਾਮ ਸਿੰਘ ਜੀ 25 ਸਤੰਬਰ 1910 ਨੂੰ ਮੇਓ ਸਕੂਲ ਆਫ ਆਰਟਸ ਦੇ ਪ੍ਰਿੰਸੀਪਲ ਬਣੇ। ਅਕਤੂਬਰ 2013 ਵਿੱਚ ਮੇਓ ਸਕੂਲ ਆਫ ਆਰਟਸ ਦੇ ਪ੍ਰਿੰਸੀਪਲਸ਼ਿਪ ਤੋਂ ਸੇਵਾ ਮੁਕਤ ਹੋਏ। ਭਾਈ ਰਾਮ ਸਿੰਘ ਸਹੋਲ ਦੀ ਭਵਨ ਨਿਰਮਾਣ ਕਲਾ ਵਿੱਚ ਮੁਗਲ ਇਮਾਰਤਸਾਜੀ ਅਤੇ ਪ੍ਰਾਚੀਨ ਭਾਰਤੀ ਆਰਕੀਟੈਕਚਰ ਦੋਹਾਂ ਦਾ ਸੁਮੇਲ ਦੀ ਝਲਕ ਵੇਖੀ ਜਾ ਸਕਦੀ ਹੈ। ਉਹਨਾਂ ਵੱਲੋਂ ਡਿਜ਼ਾਈਨ ਕੀਤੀਆਂ ਗਈਆਂ ਇਮਾਰਤਾਂ ਵਿੱਚ ਡਾਟਾਂ, ਮਹਿਰਾਬਾਂ, ਗੁੰਬਦ ਅਤੇ ਮਮਟੀਆਂ ਦੀ ਇੱਕ ਵੱਖਰੀ ਇਮਾਰਤਸਾਜੀ ਦਾ ਨਮੂਨਾ ਹਨ। ਭਾਈ ਰਾਮ ਸਿੰਘ ਜੀ ਜਿਹੜੇ ਬਹੁਤ ਹੀ ਹੋਣਹਾਰ ਇਨਸਾਨ ਸਨ ਸਿੱਖ ਕੌਮ ਦੇ ਵਿੱਚ, ਉਹਨਾਂ ਬਾਰੇ ਕੁਝ ਦੱਸਣਾ ਚਾਹਾਂਗਾ, ਉਹਨਾਂ ਦੇ ਕੰਮਾਂ ਬਾਰੇ ਦੱਸਣਾ ਚਾਹਾਂਗਾ। ਭਾਈ ਰਾਮ ਸਿੰਘ ਜੀ ਦਾ ਜਨਮ ਰਸੂਲਪੁਰ ਬਟਾਲੇ ਦੇ ਕੋਲ ਇੱਕ ਪਿੰਡ ਵਿੱਚ ਹੋਇਆ ਸੀਗਾ ਤੇ ਉਹ ਕਾਰਪੈਂਟਰ ਦੇ ਬੜੇ ਹੀ ਕਲਾਕਾਰ ਸਨ ਤੇ ਉਹਨਾਂ ਨੇ ਅੰਮ੍ਰਿਤਸਰ ਦੇ ਡੀਸੀ ਜਿਹੜੇ ਸੀਗੇ ਉਹਨਾਂ ਦਾ ਪਿਆਨੋ ਠੀਕ ਕੀਤੀ ਸੀਗੀ ਤੇ ਉਹਨਾਂ ਦੇ ਡੀਸੀ ਸਾਹਿਬ ਜਿਹੜੇ ਮਿਸਿਸ ਸੀਗੇ ਅੰਗਰੇਜ਼ ਸੀਗੇ ਤੇ ਉਹ ਬਹੁਤ ਖੁਸ਼ ਹੋਏ ਸੀ ਉਹਨਾਂ ਦੇ ਕੰਮ ਤੋਂ। ਰਸੂਲਪੁਰ ਤੋਂ ਉਹਨਾਂ ਦੇ ਪੇਰੈਂਟਸ ਜਿਹੜੇ ਸੀਗੇ ਚੀਲ ਮੰਡੀ ਵਿੱਚ ਸ਼ਿਫਟ ਕਰ ਗਏ ਸੀਗੇ ਤੇ ਚੀਲ ਮੰਡੀ ਜਿਹੜੀ ਇਹ ਮਾਹ ਸਿੰਘ ਗੇਟ ਦੇ ਕੋਲ ਹੈ। ਜਦੋਂ ਮੈਂ ਆਪਣੀ PhD ਕੀਤੀ ਉਦੋਂ ਮੈਂ ਚੀਲ ਮੰਡੀ ਵਿੱਚ ਕੇਸ ਸਟੱਡੀ ਦੇ ਵਿੱਚ ਏਰੀਆ ਲਿਆ ਸੀਗਾ ਤੇ ਮੈਂ ਉਹਨਾਂ ਦਾ ਘਰ ਵੀ ਲੱਭਿਆ ਸੀਗਾ, ਪਰ ਉਹ ਘਰ ਤੋਂ ਵੀ ਫਿਰ ਸ਼ਿਫਟ ਕਰ ਗਏ ਹੋਏ ਪਤਾ ਲੱਗਾ ਸੀਗਾ। ਉਸ ਤੋਂ ਬਾਅਦ ਫਿਰ ਮੈਂ ਕੋਸ਼ਿਸ਼ ਕੀਤੀ ਉਹਨਾਂ ਦਾ ਘਰ ਲੱਭਣ ਦੀ, ਕਿਉਂਕਿ ਉਹਨਾਂ ਦੇ ਗ੍ਰੇਟ ਗ੍ਰੈਂਡਸਨਸ ਜਿਹੜੇ ਰਹਿੰਦੇ ਸੀ ਉੱਥੇ, ਉਹ ਗੁਰੂ ਅਮਰਦਾਸ ਐਵਨਿਊ ਰਣਜੀਤ ਅਜਨਾਲਾ ਰੋਡ ਤੇ ਉੱਥੇ ਕਿਤੇ ਸ਼ਿਫਟ ਕਰ ਗਏ ਸੀ, ਪਰ ਹਾਲੇ ਉਹ ਕੋਸ਼ਿਸ਼ ਜਾਰੀ ਹੈ, ਪੂਰੀ ਤਰ੍ਹਾਂ ਲੱਭ ਨਹੀਂ ਸਕੇ। ਉਹਨਾਂ ਨੇ ਜਦੋਂ ਕੀਤੀ ਸੀ ਆਪਣੀ ਪਿਆਨੋ ਠੀਕ ਤੋਂ ਉਸ ਤੋਂ ਉਹਨਾਂ ਦੇ ਜਿਹੜੇ DC ਬੜੇ ਖੁਸ਼ ਹੋਏ ਸੀ। ਉਹਨਾਂ ਨੇ ਕਿਪਲਿੰਗ ਜਿਹੜੇ ਪ੍ਰਿੰਸੀਪਲ ਸੀ ਮਿਊਜ਼ਿਕ ਸਕੂਲ ਆਫ ਆਰਟ ਦੇ, ਉਹਨਾਂ ਨੂੰ ਉਹਨਾਂ ਦਾ ਨਾਂ ਰਿਕਮੈਂਡ ਕੀਤਾ ਤੇ ਉਹਨਾਂ ਨੇ ਉਹਨਾਂ ਨੂੰ ਉੱਥੇ ਕਾਰਪੈਂਟਰ ਦਾ ਮਾਸਟਰ ਰੱਖ ਲਿਆ। ਕਾਰਪੈਂਟਰੀ 'ਚ ਬਹੁਤ ਹੀ ਹੋਣਹਾਰ ਸੀਗੇ ਉਹ। ਜਿਹੜਾ ਕਿਪਲਿੰਗ ਪਹਿਲੇ ਪ੍ਰਿੰਸੀਪਲ ਸੀ ਮਿਊਜ਼ਿਕ ਸਕੂਲ ਆਫ ਆਰਟ ਤੇ ਜਿਹੜਾ ਅੱਜ ਕੱਲ੍ਹ ਨੈਸ਼ਨਲ ਕਾਲਜ ਆਫ ਆਰਟਸ ਕਿਹਾ ਜਾਂਦਾ ਹੈ, ਉਹਨਾਂ ਨੇ ਉਹਨਾਂ ਦੇ ਕੰਮ ਤੋਂ ਬਹੁਤ ਹੀ ਖੁਸ਼ ਹੋਏ ਤੇ ਉਹਨਾਂ ਨੇ ਉਹਨਾਂ ਨੂੰ ਵਾਈਸ ਪ੍ਰਿੰਸੀਪਲ ਦਾ ਅਹੁਦਾ ਵੀ ਦੇ ਦਿੱਤਾ ਸੀਗਾ। ਵੈਸੇ ਤੇ ਉਹਨਾਂ ਨੂੰ ਆਰਕੀਟੈਕਚਰ ਜਾਂ ਟ੍ਰੇਨਿੰਗ ਵੀ ਦੇਣੀ ਸ਼ੁਰੂ ਕਰ ਦਿੱਤੀ, ਜਿਹਦੇ 'ਚ ਉਹਨਾਂ ਨੇ ਵਰਕਿੰਗ ਡਰਾਇੰਗਸ ਤੇ ਹੋਰ ਬਿਲਡਿੰਗਾਂ ਦੇ ਡਿਜ਼ਾਈਨ ਬਣਾਉਣੇ ਸ਼ੁਰੂ ਕਰਤੇ। ਮੈਨੂੰ ਇਸ ਵਾਰ ਪ੍ਰਾਪਤ ਹੋਇਆ ਲਾਹੌਰ ਜਾਣ ਦਾ 8-10 ਵਾਰੀ ਤੇ ਮੈਂ ਉਹ ਭਾਈ ਰਾਮ ਸਿੰਘ ਨੇ ਜਿੰਨੀਆਂ ਵੀ ਬਿਲਡਿੰਗਾਂ ਡਿਜ਼ਾਈਨ ਕੀਤੀਆਂ ਤਕਰੀਬਨ ਸਾਰਿਆਂ ਨੂੰ ਮੈਂ ਦੇਖਿਆ ਤੇ ਉਹਨਾਂ ਦੀ ਫੋਟੋਗ੍ਰਾਫਿਕ ਡਾਕੂਮੈਂਟੇਸ਼ਨ ਵੀ ਕੀਤੀ ਹੈ। ਜੇ ਚਾਹੇ ਉਹ ਐਟੀਸ਼ਨ ਕਾਲਜ ਹੈ, ਚਾਹੇ ਉਹ ਪੰਜਾਬ ਯੂਨੀਵਰਸਿਟੀ ਲਾਹੌਰ ਹੈ, ਚਾਹੇ ਜਿਹੜੀ ਵੀ ਬਿਲਡਿੰਗ ਲਾਹੌਰ ਵਿੱਚ ਹੈਗੀ, ਜੇ ਮੈਂ ਉਹਨਾਂ ਨੂੰ ਦੇਖਦਾ ਵੀ ਆਰਕੀਟੈਕਟ ਦੇ ਸਿਗਨੇਚਰ ਹੁੰਦੇ ਨੇ, ਜਿਹਨੂੰ ਕਹਿੰਦੇ ਆਰਕੀਟੈਕਟ ਸਿਗਨੇਚਰ, ਮਤਲਬ ਕਿ ਜਿਹੜੀ ਵੀ ਬਿਲਡਿੰਗ ਉਹਦੇ 'ਚ ਕੋਈ ਨਾ ਕੋਈ ਉਹਦਾ ਐਲੀਮੈਂਟ ਜ਼ਰੂਰ ਦਿਖਾਈ ਦੇ ਜਾਏਗਾ,
ਚਾਹੇ ਉਹ ਜਾਲੀ ਹੈ, ਚਾਹੇ ਡੋਮ ਹੈ, ਚਾਹੇ ਉਹ ਕੋਈ ਵੀ ਮਤਲਬ ਜਿਹੜੇ ਉਹਨਾਂ ਨੇ ਐਲੀਮੈਂਟ ਸੀ ਨਾ ਆਰਕੀਟੈਕਚਰ ਡਿਜ਼ਾਈਨ ਦੇ ਪ੍ਰਿੰਸੀਪਲ ਉਹ ਦਿਸਦੇ ਸੀਗੇ। ਤੇ ਉਹਨਾਂ ਨੇ ਫਿਰ ਖਾਲੀ ਲਾਹੌਰ ਵਿੱਚ ਹੀ ਨਹੀਂ ਕੀਤਾ, ਪਸ਼ਾਵਰ ਵਿੱਚ ਵੀ ਕੁਝ ਬਿਲਡਿੰਗਾਂ ਡਿਜ਼ਾਈਨ ਕੀਤੀਆਂ। ਜੇ ਹੁਣ ਅਸੀਂ ਪੰਜਾਬ 'ਚ ਆ ਜਾਈਏ, ਜਿਹੜਾ ਇਸ ਵੇਲੇ ਦਾ ਪੰਜਾਬ ਹੈ ਸਾਡੇ ਇੰਡੀਆ ਦੇ ਵਿੱਚ, ਉੱਥੇ ਉਹਨਾਂ ਨੇ ਸਭ ਤੋਂ ਜਿਹੜਾ ਮਾਰਵਲਸ ਡਿਜ਼ਾਈਨ ਸੀਗਾ ਉਹ ਖਾਲਸਾ ਕਾਲਜ ਕੈਂਪਸ ਪੂਰਾ ਡਿਜ਼ਾਈਨ ਕੀਤਾ ਸੀਗਾ। ਖਾਲਸਾ ਕਾਲਜ ਤੋਂ ਇਲਾਵਾ ਉਹਨਾਂ ਨੇ ਜਿਹੜਾ ਆਪਣਾ ਦਰਬਾਰ ਹਾਲ ਸੀਗਾ, ਕਪੂਰਥਲਾ, ਨਾਭਾ, ਇਹ ਜਿਹੜੇ ਪ੍ਰਿੰਸਲੀ ਕੈਪੀਟਲ ਸੀਗੀਆਂ, ਮਲੇਰਕੋਟਲਾ, ਇਹਨਾਂ ਦੇ ਦਰਬਾਰ ਹਾਲ ਦੇ ਅੰਦਰ ਇੰਟੀਰੀਅਰ ਡਿਟੇਲਿੰਗ ਕੀਤੀ ਸੀ, ਡਿਜ਼ਾਈਨ ਕੀਤਾ ਸੀ। ਉਹ ਕਮਾਲ ਦਾ ਡਿਜ਼ਾਈਨ ਹੈ, ਉਹ ਵੀ ਦੇਖਣਯੋਗ ਹੈ। ਸਾਰਾਗੜੀ ਗੁਰਦੁਆਰਾ ਅੰਮ੍ਰਿਤਸਰ, ਸਾਰਾਗੜੀ ਗੁਰਦੁਆਰਾ ਫਿਰੋਜ਼ਪੁਰ, ਉਹਦੇ ਅੰਦਰ ਵੀ ਉਹਨਾਂ ਨੇ ਕੰਮ ਕੀਤਾ ਸੀ। ਜੇ ਮੈਂ ਖਾਲਸਾ ਕਾਲਜ ਦੇ ਬਾਰੇ ਗੱਲ ਕਰਾਂ, ਉਹ ਬੜੀ ਵਧੀਆ ਗੱਲ ਹੈ ਕਿ ਉਹ ਜਿੱਥੇ ਉਹ ਪੜ੍ਹੇ ਸੀਗੇ, ਜਿੱਥੇ ਉਹ ਕਾਰਪੈਂਟਰ ਦੇ ਮਾਸਟਰ ਸੀਗੇ, ਜਿੱਥੇ ਉਹ ਵਾਈਸ ਪ੍ਰਿੰਸੀਪਲ ਸੀ, ਉੱਥੇ 6-7 ਵਾਰੀ ਆਫੀਸ਼ੀਏਟਿੰਗ ਪ੍ਰਿੰਸੀਪਲ ਵੀ ਰਹੇ। ਉਹਨਾਂ ਨੂੰ ਉੱਥੋਂ ਇੰਗਲੈਂਡ ਦੀ ਕੁਈਨ ਨੇ ਸੱਦਿਆ, ਵਿਕਟੋਰੀਆ ਕੁਈਨ ਨੇ, ਤੇ ਉਹਨਾਂ ਨੇ ਓਸਬਰਨ ਹਾਊਸ ਦੇ ਅੰਦਰ ਬੜੀ ਸੋਹਣੀ ਜਿਹੜੀ ਕਾਰਵਿੰਗ ਕੀਤੀ, ਉਹ ਦੇਖਣਯੋਗ ਹੈ। ਤੇ ਕੁਈਨ ਇੰਨੀ ਖੁਸ਼ ਹੋਈ ਕਿ ਉਸਨੇ ਉਹਨਾਂ ਦੀ ਪੇਂਟਿੰਗ ਆਪਣੇ ਕੋਟ ਦੇ ਜਿਹੜਾ ਆਰਟਿਸਟ ਬਣਵਾ ਕੇ ਉਹ ਦਰਬਾਰ ਹਾਲ ਦੇ ਵਿੱਚ ਅੱਜ ਵੀ ਲੱਗੀ ਹੋਈ ਹੈ। ਉਹਨਾਂ ਨੂੰ ਸਰਦਾਰ ਸਾਹਿਬ ਦਾ ਖਿਤਾਬ ਮਿਲਿਆ 1907 ਵਿੱਚ। 1910 ਵਿੱਚ ਉਹਨਾਂ ਨੂੰ ਸਰਦਾਰ ਬਹਾਦਰ ਦਾ ਖਿਤਾਬ ਮਿਲਿਆ। ਮੈਂਬਰ ਆਫ ਵਿਕਟੋਰੀਅਨ ਆਰਡਰ ਜਿਹੜਾ 1911-12 ਚ ਮਿਲਿਆ ਸੀਗਾ। ਤੇ ਇਸ ਤਰ੍ਹਾਂ ਉਹ 2010 ਤੋਂ 2013 ਤੱਕ ਤੇ ਪ੍ਰਿੰਸੀਪਲ ਵੀ ਰਹੇ ਪਰਮਾਨੈਂਟ। ਜਦੋਂ ਅਸੀਂ ਦੇਖੀਏ ਉਹਨਾਂ ਦੇ ਪਰਿਵਾਰ ਬਾਰੇ, ਉਹਨਾਂ ਦੇ ਬੱਚੇ 5 ਬੇਟੇ ਸਨ ਤੇ 2 ਬੇਟੀਆਂ ਸਨ, ਪਰ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਗ੍ਰੇਟ ਗ੍ਰੈਂਡ ਸਾਨੂੰ ਲੱਭਣ ਦੀ ਹਾਲੇ ਮਿਲੇ ਨਹੀਂ। ਹੁਣ ਮੈਂ ਖਾਲਸਾ ਕਾਲਜ ਦੇ ਬਾਰੇ ਦੱਸਣਾ ਚਾਹਾਂਗਾ, ਕਿਉਂਕਿ ਖਾਲਸਾ ਕਾਲਜ ਨੂੰ ਮੈਂ ਜੇ GT ਰੋਡ ਤੋਂ ਦੇਖਾਂ ਤੇ ਮਤਲਬ ਇੰਨੀ ਸੋਹਣੀ ਬਿਲਡਿੰਗ ਹੈ ਕਿ ਉਹ ਸ਼ਖਸੀਅਤ ਨੂੰ ਬੰਦਾ ਯਾਦ ਕਰਦਾ ਹੈ। ਜੇ ਮੈਂ ਉਹਨੂੰ ਰਾਮਤੀਰ ਰੋਡ ਤੋਂ ਦੇਖਾਂ, ਜਿਹੜੇ ਉਹਦੇ ਡੋਮਸ ਨੇ ਉਹ ਜਿਵੇਂ ਝਾਤੀ ਮਾਰੀ ਦੀ ਨਾ ਦੇਖਦੇ ਨੇ ਮੇਰੇ ਵੱਲ। ਤੇ ਜੇ ਮੈਂ ਲਾਇਬ੍ਰੇਰੀ ਦੀ ਛੱਤ ਤੋਂ ਜਾ ਕੇ ਦੇਖਾਂ, ਯੂਨੀਵਰਸਿਟੀ ਗੁਰੂ ਨਾਨਕ ਯੂਨੀਵਰਸਿਟੀ ਲਾਇਬ੍ਰੇਰੀ ਜਿੱਥੇ ਮੇਰਾ ਡਿਪਾਰਟਮੈਂਟ ਸੀ, ਤੇ ਉੱਥੋਂ ਹੀ ਮੈਨੂੰ ਵੱਖਰਾ ਨਜ਼ਾਰਾ ਆਉਂਦਾ ਹੈ। ਤੇ ਜੇ ਬਾਈ ਚਾਂਸ ਇੱਕ ਵਾਰੀ ਮੈਂ ਜਹਾਜ਼ 'ਚ ਵੀ ਦਿੱਲੀ ਜਾ ਰਿਹਾ ਸੀ ਤੇ ਉੱਤੋਂ ਮੈਂ ਫੋਟੋਆਂ ਖਿੱਚੀਆਂ ਤੇ ਮਤਲਬ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ। ਜੇ ਅਸੀਂ ਖਾਲਸਾ ਕਾਲਜ ਦੀ ਗੱਲ ਕਰੀਏ, ਉਹਦੇ ਮੈਂ ਨਾ ਕੁਝ ਵੰਡੇ ਜੇ ਡਿਜ਼ਾਈਨ ਪ੍ਰਿੰਸੀਪਲ ਕੁਝ ਹੁੰਦੇ ਨੇ, ਕੋਈ ਡਿਜ਼ਾਈਨ ਐਲੀਮੈਂਟਸ ਹੁੰਦੇ ਨੇ, ਉਹ ਜੇ ਦੇਖੀਏ ਡੋਮਸ, ਛਤਰੀਜ਼, ਜਾਲੀਜ਼, ਸਾਰੀਆਂ ਨੂੰ ਇੰਨੇ ਵਧੀਆ ਤਰੀਕੇ ਨਾਲ ਸੁਮੇਲ ਕੀਤਾ ਕਿ ਉਹਨਾਂ ਨੂੰ ਅਸੀਂ ਮਤਲਬ ਉਹਨਾਂ ਦੀ ਜਿਹਨੇ ਉਦਘਾਟਨ ਕੀਤਾ ਸੀ ਖਾਲਸਾ ਕਾਲਜ ਬਿਲਡਿੰਗ ਦਾ, ਮੌਂਟਗਮਰੀ ਰਿਵਰਸ 1904 ਵਿੱਚ, ਤੇ ਉਹਨੇ ਵੀ ਕਿਹਾ ਸੀਗਾ ਕਿ ਕਮਾਲ ਦੀ ਮਤਲਬ ਡਿਜ਼ਾਈਨ ਕੀਤਾ ਉਹਨਾਂ ਨੇ, ਬੜਾ ਵਧੀਆ। ਉਹਨਾਂ ਨੂੰ ਡਾਕਟਰ ਗੰਡਾ ਸਿੰਘ ਦੀ ਕਿਤਾਬ ਹੈ ਹਿਸਟਰੀ ਆਫ ਖਾਲਸਾ ਕਾਲਜ ਅੰਮ੍ਰਿਤਸਰ, ਉਹਦੇ ਵਿੱਚ ਬੜਾ ਵਧੀਆ ਉਹਨਾਂ ਨੇ ਲਿਖਿਆ ਕਿ ਉਹਨਾਂ ਨੇ ਬਹੁਤ ਹੀ ਵਧੀਆ ਕੰਪਲੀਮੈਂਟ ਦਿੱਤੇ ਸੀ ਉਹਨਾਂ ਨੂੰ। ਭਾਈ ਰਾਮ ਸਿੰਘ ਨੇ ਖਾਲੀ ਖਾਲਸਾ ਕਾਲਜ ਦੀ ਬਿਲਡਿੰਗ ਦੀ ਗੱਲ ਨਹੀਂ ਮੈਂ ਕਰਦਾ, ਉਹਦੇ 'ਚ ਹੋਰ ਵੀ ਬੜੇ ਐਲੀਮੈਂਟ ਨੇ। ਜਿਵੇਂ ਜਿਹੜਾ ਹਾਲ ਹੈ, ਹਾਲ ਦੀ ਜਿਹੜੀ ਸੀਲਿੰਗ ਹੈ ਉਹ ਵੀ ਦੇਖਣ ਵਾਲੀ ਹੈ, ਵਾਲਨਟ ਲੱਕੜੀ ਦੀ ਬਣੀ ਹੋਈ ਹੈ। ਤੇ ਜੇ ਫਲੋਰਿੰਗ ਲੱਕੜੀ ਦੀ ਬਣੀ ਹੋਈ ਹੈ, ਤੇ ਜੇ ਫਲੋਰਿੰਗ ਦੇਖੀਏ ਤਾਂ ਉਹ ਵੀ ਕਮਾਲ ਦੀ ਹੈ। ਸਟੇਅਰ ਕੇਸ ਜਿਹੜਾ ਉਸ ਵੇਲੇ ਲੱਕੜੀ ਦਾ ਹੈ। ਜੇ ਇੰਨੀ ਮੋਨੂਮੈਂਟਲ ਬਿਲਡਿੰਗ ਹੈ, ਉਹਦੀ ਸਕੇਲ ਦੀ ਗੱਲ ਕਰੀਏ ਤੇ ਇੰਨੀ ਮੋਨੂਮੈਂਟਲ ਬਿਲਡਿੰਗ ਹੈ, ਪਰ ਉਹ ਇਸ ਤਰੀਕੇ ਨਾਲ ਮਟੀਰੀਅਲ ਬ੍ਰਿਕਸ ਦਾ ਕੰਮ ਇਹਦਾ ਕੀਤਾ ਕਿ ਉਹ ਮਤਲਬ ਇੰਨੀ ਮੈਂ ਕਹਿੰਦਾ ਸਿੰਫਨੀ ਇਨ ਬ੍ਰਿਕਸ, ਮੈਸਿਵ ਸਟਰਕਚਰ ਲੱਗਦਾ ਹੀ ਨਹੀਂ ਉਹ। ਖੈਰ ਐਨੀਵੇ, ਉਹਦੇ 'ਚ ਮਤਲਬ ਜਿੰਨੇ ਵੀ ਐਲੀਮੈਂਟ ਨੇ, ਚਾਹੇ ਗੇਟਵੇ ਨੇ, ਖੰਡਾ ਉੱਥੇ ਸਭ ਤੋਂ ਉੱਤੇ ਦਿੱਤਾ। ਖੰਡਾ ਜਿਹੜਾ ਸਿੱਖੀ ਦਾ ਪਿਓਰਿਜ਼ਮ ਹੈ, ਪਿਓਰਿਟੀ ਦਾ ਨਿਸ਼ਾਨੀ ਹੈ। ਫਿਰ ਜਿੰਨੀ ਉਹ ਬਿਲਡਿੰਗ ਮੋਨੂਮੈਂਟਲ ਹੈ ਪਰ ਲੱਗਦੀ ਇੰਨੀ ਜ਼ਬਰਦਸਤ ਬਿਲਡਿੰਗ ਹੈ, ਉਹਨੇ ਉਹੀ ਜਿਹੀਆਂ ਸ਼ਖਸੀਅਤਾਂ ਪੈਦਾ ਕੀਤੀਆਂ, ਚਾਹੇ ਉਹ ਸਪੋਰਟਸ ਦਾ ਫੀਲਡ ਹੋਏ, ਚਾਹੇ ਆਰਮੀ ਹੋਏ, ਚਾਹੇ ਐਜੂਕੇਸ਼ਨ ਹੋਏ। ਤੇ ਭਾਈ ਰਾਮ ਸਿੰਘ ਦੀ ਜਿਹੜੀ ਹੈ ਖਾਲਸਾ ਕਾਲਜ ਦੇ ਪਿੱਛੇ ਗੁਰਦੁਆਰਾ ਵੀ ਸੀਗਾ, ਹੋਸਟਲ ਸੀਗੇ, ਨਾਭਾ ਪਟਿਆਲਾ ਹੋਸਟਲ, ਜੀਂਦ ਹੋਸਟਲ, ਇਸੇ ਤਰ੍ਹਾਂ ਉਹਦੇ 'ਚ ਹੋਰ ਵੀ ਕਈ ਬਿਲਡਿੰਗਾਂ ਨੇ, ਪ੍ਰੋਫੈਸਰ ਦੇ ਘਰ, ਪ੍ਰਿੰਸੀਪਲ ਦਾ ਘਰ। ਇੱਕ ਬੜੀ ਇੰਟਰਸਟਿੰਗ ਗੱਲ ਹੈ ਕਿ ਉਹਨਾਂ ਨੇ ਜਿਹੜੀ ਉਹਦੀ ਲੋਕੇਸ਼ਨ ਸਾਈਟ ਕੀਤੀ ਸੀ ਬਿਲਡਿੰਗ ਦੀ, ਉਹ GT ਰੋਡ ਤੋਂ ਇੰਨੀ ਕੁ ਪਰਾਂ ਕੀਤੀ ਕਿ ਜੇ ਬੰਦਾ ਲੰਘਦਾ ਹੋਏ ਤੇ ਉਹਨੂੰ ਬੜੇ ਧਿਆਨ ਨਾਲ ਦੇਖ ਸਕਦਾ ਹੈ। ਜੇ ਬਿਲਕੁਲ ਨੇੜੇ ਹੁੰਦੀ ਸ਼ਾਇਦ ਉਹਨਾਂ ਮਜ਼ਾ ਨਾ ਆਉਂਦਾ, ਤੇ ਜੇ ਉਹ ਸਟਰਕਚਰ ਸਟੋਨ ਦਾ ਹੁੰਦਾ ਫਿਰ ਵੀ ਉਹ ਬੜਾ ਭੈੜਾ ਲੱਗਣਾ ਸੀਗਾ। ਮਤਲਬ ਹੈ ਕਿ ਉਹਨਾਂ ਦੀ ਜਿਹੜੀ ਪਰਸੈਪਸ਼ਨ ਸੀ ਇੰਨੀ ਡੈਲੀਕੇਟ ਸੀਗੀ ਕਿ ਡੋਮ, ਛਤਰੀਜ਼, ਬੈਲੈਂਸ ਉਹਨਾਂ ਨੂੰ ਇੰਨਾ ਵਧੀਆ ਤਰੀਕੇ ਨਾਲ ਕੀਤਾ ਕਿ ਉਹ ਇੱਕ ਰਿਦਮ, ਬੈਲੈਂਸ, ਸਿਮੈਟਰੀ, ਕਲਰ, ਟੈਕਸਚਰ ਸਾਰਾ ਕੁਝ ਹੀ ਕਮਾਲ ਦਾ ਹੈ ਜੀ। ਉਹ ਦੇਖ ਕੇ ਦਿਲ ਖੁਸ਼ ਹੋ ਜਾਂਦਾ ਬੰਦੇ ਦਾ। ਪਰ ਮੈਂ ਇੱਥੇ ਵੀ ਚਾਹਾਂਗਾ ਕਿ ਇਸ ਜਿਹੜਾ ਉਹਨਾਂ ਦਾ ਕੰਮ ਹੈ ਉਹਨੂੰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ, ਉਹਨੂੰ ਉਸੇ ਤਰ੍ਹਾਂ ਬਚਾ ਕੇ ਰੱਖੀਏ ਤਾਂ ਕਿ ਆਉਣ ਵਾਲੀ ਜਨਰੇਸ਼ਨ ਸਿੱਖ ਸਕਣ ਉਸ ਚੀਜ਼ ਤੋਂ, ਜਿਹਦੇ ਨਾਲ ਸਾਨੂੰ ਉਹਦਾ ਬੜਾ ਮਾਣ ਪ੍ਰਾਪਤ ਹੁੰਦਾ ਹੈ। ਭਾਈ ਰਾਮ ਸਿੰਘ ਜੀ ਜਿਹੜੇ ਨੈਸ਼ਨਲ ਕਾਲਜ ਆਫ ਆਰਟਸ ਅੱਜ ਕਹਿੰਦੇ, ਜਿਹੜਾ ਨਿਊ ਸਕੂਲ ਆਫ ਆਰਟਸ ਨਾਮ ਸੀਗਾ ਉਹਦੇ,
ऑफिशिएटिंग प्रिंसीपल 6-7 ਵਾਰੀ ਰਹੇ ਨੇ, ਪਰ ਪਰਮਾਨੈਂਟ ਪ੍ਰਿੰਸੀਪਲ 1910 ਵਿੱਚ ਬਣੇ ਸੀ ਤੇ 1913 ਤੱਕ ਰਹੇ ਸੀਗੇ ਤੇ ਉਹਨਾਂ ਦਾ ਦੇਹਾਂਤ 1916 ਵਿੱਚ ਹੋ ਗਿਆ ਸੀਗਾ। ਭਾਈ ਰਾਮ ਸਿੰਘ ਜੀ ਨੇ ਸਨ 1881 ਤੋਂ ਸਨ 1913 ਤੱਕ ਭਾਰਤ ਅਤੇ ਬ੍ਰਿਟੇਨ ਦੇ ਵਿੱਚ ਵਾਸਤੂ ਕਲਾ ਦੀ ਇੱਕ ਸ਼ੈਲੀ ਹੈ ਜਾਂ ਸਟਾਈਲ ਹੈ ਜਿਸ ਨੂੰ ਇੰਡੋ ਸਾਰਸੈਨਿਕ ਸਟਾਈਲ ਕਿਹਾ ਜਾਂਦਾ ਹੈ, ਉਸ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਤੇ ਉਸ ਸ਼ੈਲੀ ਦਾ ਜੋ ਸਮਾਂ ਕਾਲ ਸੀ, ਸੋ ਉਸ ਦੇ ਵਿੱਚ ਉਹਨਾਂ ਨੇ ਜੋ ਇਮਾਰਤਾਂ ਦੇ ਡਿਜ਼ਾਈਨ ਬਣਾਏ ਤੇ ਉਹਨਾਂ ਦੀ ਵਿਲੱਖਣਤਾ ਤੇ ਆਈ ਥਿੰਕ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇੰਡੋ ਸਾਰਸੈਨਿਕ ਸ਼ੈਲੀ ਨੂੰ ਜੇ ਸਮਝਣ ਦੀ ਅਸੀਂ ਕੋਸ਼ਿਸ਼ ਕਰੀਏ ਤਾਂ ਬ੍ਰਿਟਿਸ਼ ਰਾਜ ਦੌਰਾਨ ਜੋ ਬ੍ਰਿਟੇਨ ਦੇ ਜੋ ਆਰਕੀਟੈਕਟ ਸਨ ਜਾਂ ਇੰਜੀਨੀਅਰ ਸਨ, ਸੋ ਉਹ ਇਸ ਤਰ੍ਹਾਂ ਦੀਆਂ ਇਮਾਰਤਾਂ ਉਸਾਰਨੀਆਂ ਚਾਹੁੰਦੇ ਸਨ ਜਿਸ ਦੇ ਵਿੱਚ ਕਿ ਜੋ ਬਿਲਡਿੰਗਸ ਦੇ ਵਿੱਚ ਜੋ ਕਮਰੇ ਨੇ, ਇਮਾਰਤਾਂ ਦੇ ਵਿੱਚ ਜੋ ਕਮਰੇ ਨੇ, ਉਹਨਾਂ ਦੀ ਤਰਤੀਬ ਉਹ ਆਪਣੇ ਹਿਸਾਬ ਨਾਲ ਰੱਖਣਾ ਚਾਹੁੰਦੇ ਸੀ ਕਿ ਬ੍ਰਿਟੇਨ ਦੇ ਵਿੱਚ ਜਿਵੇਂ ਬਿਲਡਿੰਗਸ ਦੇ ਵਿੱਚ ਕਮਰਿਆਂ ਦੀ ਤਰਤੀਬ ਹੁੰਦੀ ਹੈ, ਸੋ ਤਰਤੀਬ ਉਹ ਵੀ ਰੱਖਦੇ ਸਨ। ਪਰ ਕਿਤੇ ਨਾ ਕਿਤੇ ਉਸ ਦੇ ਵਿੱਚ ਥੋੜੀ ਜੀ ਭਾਰਤ ਦੀ ਝਲਕ ਦੇਣ ਵਾਸਤੇ ਤੇ ਉਹ ਭਾਰਤ ਦੀਆਂ ਇਤਿਹਾਸਿਕ ਇਮਾਰਤਾਂ ਦੇ ਕੁਝ ਇੱਕ ਐਲੀਮੈਂਟਸ ਜਿਵੇਂ ਕਿ ਆਰਚਾਂ ਦੇ ਡਿਜ਼ਾਈਨ ਹੋ ਗਏ ਜਾਂ ਖਿੜਕੀਆਂ ਦਾ ਡਿਜ਼ਾਈਨ ਹੈ ਤੇ ਜਾਂ ਦਰਵਾਜ਼ਿਆਂ ਦਾ ਡਿਜ਼ਾਈਨ ਹੈ, ਕੁਝ ਨਾ ਕੁਝ ਜਾਲੀਆਂ ਨੇ, ਸੋ ਉਹਨਾਂ ਨੂੰ ਉਹ ਕਿਸੇ ਨਾ ਕਿਸੇ ਤਰੀਕੇ ਆਪਣੇ ਬਿਲਡਿੰਗਾਂ ਦੀ ਬਾਹਰੀ ਜਿਹੜੀ ਦਿਖਾਵਟ ਹੈ ਉਹਦੇ ਵਿੱਚ ਉਹ ਸ਼ਾਮਲ ਕਰ ਲੈਂਦੇ ਸਨ। ਤੇ ਇਸੇ ਮੰਤਵ ਦੇ ਨਾਲ ਬ੍ਰਿਟੇਨ ਦੇ ਇੱਕ ਇੰਜੀਨੀਅਰ ਸਵਿੰਟਨ ਜੈਕਬ, ਉਹਨਾਂ ਨੇ ਇੱਕ ਸੈੱਟ ਆਫ ਬੁੱਕਸ ਜਾਂ ਕਿਤਾਬਾਂ ਉਹਨਾਂ ਨੇ ਛਾਪੀਆਂ ਜਿਸ ਦੇ ਵਿੱਚ ਕਿ ਭਾਰਤ ਦੀਆਂ ਇਤਿਹਾਸਿਕ ਇਮਾਰਤਾਂ ਦੇ ਇਹੋ ਜਿਹੇ ਐਲੀਮੈਂਟਸ ਜਿਵੇਂ ਕਿ ਆਰਚਾਂ ਹੋ ਗਈਆਂ ਜਾਂ ਖਿੜਕੀਆਂ ਹੋ ਗਈਆਂ ਜਾਂ ਜਾਲੀਆਂ ਜਾਂ ਝਰੋਖੇ ਹੋ ਗਏ ਤੇ ਉਹਨਾਂ ਨੂੰ ਉਹਨਾਂ ਦੇ ਡਿਜ਼ਾਈਨਸ ਨੂੰ ਉਹਨਾਂ ਨੇ ਸ਼ਾਮਿਲ ਕੀਤਾ ਤੇ ਉਹਦਾ ਮੰਤਵ ਇਹ ਸੀ ਕਿ ਸਾਰਿਆਂ ਜੋ ਵੀ ਬ੍ਰਿਟੇਨ ਦੇ ਆਰਕੀਟੈਕਟਸ ਨੇ, ਵਾਸਤੂਕਾਰ ਜੋ ਸਨ, ਜੋ ਇੰਡੋ ਸਾਰਸੈਨਿਕ ਸਟਾਈਲ ਦੇ ਵਿੱਚ ਇਮਾਰਤਾਂ ਦਾ ਨਿਰਮਾਣ ਕਰਦੇ ਸਨ ਤੇ ਉਹ ਉਸ ਕਿਤਾਬ ਨੂੰ ਫੋਲੋ ਕਰਨ ਤੇ ਕੇਵਲ ਇਮਾਰਤਾਂ ਦੀ ਜੋ ਦਿਖਾਵਟ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰ ਲੈਣ। ਸੋ ਭਾਈ ਰਾਮ ਸਿੰਘ ਜੀ ਨੇ ਵੀ ਇਸੇ ਸਮੇਂ ਦੌਰਾਨ ਇੰਡੋ ਸਾਰਸੈਨਿਕ ਸਟਾਈਲ ਦੇ ਵਿੱਚ ਕੰਮ ਕੀਤਾ ਤੇ ਉਹਨਾਂ ਦਾ ਜੋ ਕੰਮ ਹੈ ਸਾਨੂੰ ਕਸ਼ਮੀਰ ਤੋਂ ਲੈ ਕੇ ਕਰਨਾਟਕਾ ਤੱਕ ਇਮਾਰਤਾਂ ਦੇ ਡਿਜ਼ਾਈਨ ਜਾਂ ਇਮਾਰਤਾਂ ਦੇ ਇੰਟੀਰੀਅਰ ਦੇ ਡਿਜ਼ਾਈਨ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ। ਪਰ ਉਹਨਾਂ ਦੇ ਜੋ ਡਿਜ਼ਾਈਨ ਸਨ ਉਹ ਇੰਡੋ ਸਾਰਸੈਨਿਕ ਦੇ ਵਿੱਚ ਵੀ ਇੱਕ ਆਪਣੀ ਅਲੱਗ ਪਛਾਣ ਉਹਨਾਂ ਨੇ ਛੱਡੀ। ਸੋ ਉਸ ਦਾ ਮੇਜਰ ਜੋ ਮੇਨ ਜੋ ਕਾਰਨ ਹੈ, ਸੋ ਉਹ ਕਾਰਨ ਇਹ ਹੈ ਕਿ ਭਾਈ ਰਾਮ ਸਿੰਘ ਜੀ ਭਾਰਤੀ ਮੂਲ ਦੇ ਸਨ ਤੇ ਉਹ ਇੱਕ ਰਾਮਗੜੀਆ ਪਰਿਵਾਰ ਤੋਂ ਸੰਬੰਧ ਰੱਖਦੇ ਸਨ ਤੇ ਉਹਨਾਂ ਦੀ ਜੋ ਮੁੱਢਲੀ ਸਿਖਲਾਈ ਹੈ ਉਹ ਤਰਖਾਣੀ ਦੇ ਵਿੱਚ ਹੋਈ ਸੀ ਤੇ ਉਹ ਇੱਕ ਭਾਰਤ ਦੇ ਇਕਲੌਤੇ ਆਰਕੀਟੈਕਟ ਸਨ ਜਿਨ੍ਹਾਂ ਨੇ ਬ੍ਰਿਟੇਨ ਰਾਜ ਵਿੱਚ ਬ੍ਰਿਟੇਨ ਦੇ ਆਰਕੀਟੈਕਟਸ ਦੇ ਨਾਲ ਸਮਝੋ ਉਹਨਾਂ ਨੂੰ ਇੱਕ ਤਰੀਕੇ ਨਾਲ ਆਪਣੇ ਨਵੇਂ ਡਿਜ਼ਾਈਨ ਬਣਾ ਕੇ ਤੇ ਉਹਨਾਂ ਨੇ ਆਪਣੀ ਨਵੀਂ ਪਛਾਣ ਦੀ ਕੋਸ਼ਿਸ਼ ਕੀਤੀ ਤੇ ਇੱਕ ਤਰੀਕੇ ਨਾਲ ਉਹਨਾਂ ਨੂੰ ਦੱਸਿਆ ਕਿ ਭਾਰਤ ਦੇ ਜਿਹੜੇ ਮੂਲ ਆਰਕੀਟੈਕਟਸ ਨੇ ਤੇ ਉਹ ਕਿਸ ਤਰ੍ਹਾਂ ਦੀਆਂ ਇਮਾਰਤਾਂ ਦਾ ਨਿਰਮਾਣ ਕਰ ਸਕਦੇ ਹਨ ਤੇ ਉਹਨਾਂ ਦੀ ਇਮਾਰਤਾਂ ਦੀ ਜੋ ਵਿਲੱਖਣਤਾ ਹੈ ਉਹ ਉਸ ਦੇ ਵਿੱਚ ਜਿਵੇਂ ਕਿ ਕਿਉਂਕਿ ਉਹਨਾਂ ਦੀ ਜੋ ਮੁੱਢਲੀ ਸਿਖਲਾਈ ਹੈ ਉਹ ਤਰਖਾਣੀ ਦੇ ਵਿੱਚ ਸੀ ਤੇ ਲੱਕੜੀ ਦਾ ਜੋ ਕੰਮ ਹੈ, ਜਿਵੇਂ ਲੱਕੜੀ ਦੇ ਵਿੱਚ ਪਿੰਜਰਾ ਵਰਕ ਅਸੀਂ ਕਹਿੰਦੇ ਆ, ਪਿੰਜਰੇ ਦਾ ਕੰਮ ਜਾਂ ਜਾਲੀ ਦਾ ਡਿਜ਼ਾਈਨ ਜਿਵੇਂ ਬਣਾਇਆ ਜਾਂਦਾ ਹੈ ਤੇ ਉਹ ਜਿਹੇ ਡਿਜ਼ਾਈਨ ਉਹਨਾਂ ਨੇ ਆਪਣੀਆਂ ਇਮਾਰਤਾਂ ਦੇ ਡਿਜ਼ਾਈਨ ਤੱਕ ਉਹ ਲੈ ਕੇ ਗਏ ਤੇ ਉਸ ਦੇ ਵਿੱਚ ਬਹੁਤ ਜੋ ਅੱਛੀ ਗੱਲ ਹੈ ਜਾਂ ਜੋ ਬਹੁਤ ਪ੍ਰਭਾਵਸ਼ਾਲੀ ਜੋ ਗੱਲ ਹੈ ਤੇ ਉਹਨਾਂ ਨੇ ਆਪਣੀ ਇਸ ਨੌਲੇਜ ਨੂੰ, ਆਪਣੀ ਇਸ ਜਾਣਕਾਰੀ ਨੂੰ ਉਹਨਾਂ ਨੇ ਇਮਾਰਤਾਂ ਦੇ ਡਿਜ਼ਾਈਨ ਦੇ ਵਿੱਚ ਜਿਵੇਂ ਜਾਲੀਆਂ ਦੇ ਡਿਜ਼ਾਈਨ ਉਹ ਨਵੇਂ ਲੈ ਕੇ ਆਏ ਤੇ ਉਹਨਾਂ ਦੀਆਂ ਜੋ ਇਮਾਰਤਾਂ ਜੋ ਉਹਨਾਂ ਨੇ ਇੰਡੋ ਸਾਰਸੈਨਿਕ ਸਟਾਈਲ ਦੇ ਵਿੱਚ ਬਣਾਈਆਂ, ਸੋ ਉਹਨਾਂ ਦੀ ਵਿਲੱਖਣਤਾ ਇਸੇ ਕਾਰਨ ਹੈ ਕਿਉਂਕਿ ਉਹ ਭਾਰਤੀ ਮੂਲ ਦੇ ਸਨ ਤੇ ਉਹਨਾਂ ਨੂੰ ਭਾਰਤ ਦੀ ਵਾਸਤੂ ਕਲਾ ਦੀ ਜੋ ਜਾਣਕਾਰੀ ਸੀ ਉਹ ਬ੍ਰਿਟੇਨ ਦੇ ਆਰਕੀਟੈਕਟਸ ਨਾਲੋਂ ਬਹੁਤ ਜ਼ਿਆਦਾ ਸੀ ਤੇ ਪਰ ਜਦੋਂ ਅਸੀਂ ਇਹ ਸਾਰੀ ਗੱਲ ਕਰ ਰਹੇ ਹਾਂ ਤੇ ਪਰ ਫਿਰ ਵੀ ਅਜਿਹੀਆਂ ਕੋਈ ਕਿਤਾਬਾਂ ਨਹੀਂ ਹਨ ਜਿਹਦੇ ਵਿੱਚ ਭਾਈ ਰਾਮ ਸਿੰਘ ਜੀ ਦੇ ਕੰਮ ਦੀ ਵਿਲੱਖਣਤਾ ਦੀ ਕੋਈ ਚਰਚਾ ਹੋਈ ਹੋਵੇ ਜਾਂ ਭਾਰਤ ਦੇ ਵਿੱਚ ਜਿੰਨੀਆਂ ਉਹਨਾਂ ਦੀਆਂ ਇਮਾਰਤਾਂ ਬਚੀਆਂ ਨੇ ਮੈਂ ਕਹਾਂਗੀ ਕਿਉਂਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਕਿੰਨੀਆਂ ਇਮਾਰਤਾਂ ਨੇ ਜੋ ਉਹਨਾਂ ਨੂੰ ਹੁਣ ਢਾਹ ਕੇ ਕੋਈ ਨਵੀਆਂ ਇਮਾਰਤਾਂ ਉਹਨਾਂ ਦੀ ਜਗ੍ਹਾ ਬਣ ਗਈਆਂ ਪਰ ਜਿਹੜੀਆਂ ਇਮਾਰਤਾਂ ਬਚੀਆਂ ਵੀ ਨੇ ਤੇ ਉਹਨਾਂ ਇਮਾਰਤਾਂ ਨੂੰ ਸਮਝਣਾ, ਉਹਨਾਂ ਦੇ ਡਿਜ਼ਾਈਨਸ ਨੂੰ ਐਪਰੀਸ਼ੀਏਟ ਕਰਨਾ, ਸਰਾਹਣਾ ਕਰਨਾ, ਸੋ ਉਹ ਚੀਜ਼ਾਂ ਬਹੁਤ ਜ਼ਰੂਰੀ ਨੇ। ਪਰ ਮੈਂ ਆਰਕੀਟੈਕਚਰਲ ਐਜੂਕੇਸ਼ਨ ਕਹਿ ਲਓ ਜਾਂ ਵਾਸਤੂ ਕਲਾ ਦੀ ਜੋ ਟੀਚਿੰਗ ਹੈ, ਸਿਖਲਾਈ ਦਾ ਜੋ ਕੀਤਾ ਹੈ, ਸੋ ਉਹਦੇ ਨਾਲ ਮੈਂ ਪਿਛਲੇ 25-26 ਸਾਲਾਂ ਤੋਂ ਜੁੜੀ ਹੋਈ ਤੇ ਮੇਰੇ ਧਿਆਨ ਵਿੱਚ ਵੀ ਅਜਿਹੀ ਕੋਈ ਕਿਤਾਬ ਜਾਂ ਅਜਿਹੀ ਕੋਈ ਰਿਸਰਚ ਕਿਤੇ ਵੀ ਮੇਰੇ ਸਾਹਮਣੇ ਨਹੀਂ ਆਈ ਜਿਹਦੇ ਵਿੱਚ ਕਿ ਅਸੀਂ ਵਿਦਿਆਰਥੀਆਂ ਨੂੰ ਦੱਸ ਸਕੀਏ ਕਿ ਭਾਈ ਰਾਮ ਸਿੰਘ ਜੀ ਨੇ ਉਸ ਸਮੇਂ ਤੇ
ਜਦੋਂ ਕਿ ਬ੍ਰਿਟਿਸ਼ ਹਕੂਮਤ ਦਾ ਰਾਜ ਸੀ ਤੇ ਉਹਨਾਂ ਦਾ ਹੀ ਦਬਦਬਾ ਸੀ, ਤੇ ਉਸ ਟਾਈਮ ਤੇ ਵੀ ਭਾਈ ਰਾਮ ਸਿੰਘ ਜੀ ਨੇ ਕਿਸ ਤਰੀਕੇ ਆਪਣੇ ਇਮਾਰਤਾਂ ਦੇ ਡਿਜ਼ਾਈਨ ਦੇ ਜ਼ਰੀਏ ਉਹਨਾਂ ਨੇ ਆਪਣੀ ਇੱਕ ਅਲੱਗ ਪਛਾਣ ਬਣਾਈ ਤੇ ਇੱਕ ਅਲੱਗ ਉਹਨਾਂ ਨੇ ਛਾਪ ਛੱਡੀ। ਸੋ ਇਸ ਚੀਜ਼ ਲਈ ਇਸ ਤੇ ਕੰਮ ਹੋਣਾ ਬਹੁਤ ਜ਼ਰੂਰੀ ਹੈ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਭਾਈ ਰਾਮ ਸਿੰਘ ਜੀ ਨੂੰ ਉਹਨਾਂ ਦੀ ਬਣਦੀ ਪਛਾਣ ਅਸੀਂ ਉਹਨਾਂ ਨੂੰ ਦਿਵਾ ਸਕੀਏ। ਸਰਦਾਰ ਬਹਾਦਰ ਰਾਮ ਸਿੰਘ ਸੋਹਲ ਦੀ ਭਵਨ ਨਿਰਮਾਣ ਕਲਾ ਵਿੱਚ ਮੁਗਲ ਇਮਾਰਤ ਸਾਜੀ ਅਤੇ ਪ੍ਰਾਚੀਨ ਭਾਰਤੀ ਵਸਤੂ ਕਲਾ ਦੇ ਸੁਮੇਲ ਦੀ ਝਲਕ ਪ੍ਰਤੀਤ ਹੁੰਦੀ ਹੈ। ਉਹਨਾਂ ਵੱਲੋਂ ਡਿਜ਼ਾਈਨ ਕੀਤੀਆਂ ਗਈਆਂ ਡਾਟਾਂ, ਮਿਹਰਾਬਾਂ, ਗੁੰਬਦ ਅਤੇ ਮਮਟੀਆਂ ਇੱਕ ਵੱਖਰੀ ਇਮਾਰਤ ਸਾਜੀ ਦਾ ਨਮੂਨਾ ਹਨ ਜੋ ਭਾਈ ਰਾਮ ਸਿੰਘ ਦੀ ਤੀਖਣ ਬੁੱਧੀ ਅਤੇ ਦਸਤਕਾਰੀ ਦਾ ਕਮਾਲ ਹੈ। ਉਹਨਾਂ ਵੱਲੋਂ ਸਿਰਜੀਆਂ ਇਮਾਰਤਾਂ ਤੋਂ ਉਹਨਾਂ ਦੀ ਕਲਪਨਾ ਇਤਿਹਾਸਿਕ, ਧਾਰਮਿਕ ਅਤੇ ਸੱਭਿਆਚਾਰਕ ਸੂਝ-ਬੂਝ ਪ੍ਰਤੱਖ ਰੂਪ ਵਿੱਚ ਵਿਖਾਈ ਦਿੰਦੀ ਹੈ। ਅੱਜ ਮੈਂ ਗੱਲ ਕਰਾਂਗਾ ਭਾਰਤ ਦੇ ਪਹਿਲੇ ਆਰਕੀਟੈਕਟ ਯਾਨੀ ਕਿ ਵਾਸਤੂਕਾਰ ਭਾਈ ਰਾਮ ਸਿੰਘ ਜੀ ਦੀ, ਜੋ ਕਿ ਕਿੱਤੇ ਵਜੋਂ ਤਰਖਾਣ ਸਨ, ਪਰੰਤੂ ਕਲਾ, ਨਕਾਸ਼ੀ ਅਤੇ ਵਾਸਤੂ ਕਲਾ ਦੇ ਇਹੋ ਜਿਹੇ ਉਦਾਹਰਣ ਉਹਨਾਂ ਨੇ ਪੇਸ਼ ਕੀਤੇ ਜੋ ਕਿ ਬਹੁਤ ਹੀ ਅਮੁੱਲ ਹਨ। ਪਰੰਤੂ ਇਤਿਹਾਸਕਾਰਾਂ ਨੇ ਅਤੇ ਹੋਰਨਾਂ ਪ੍ਰੋਫੈਸਰਾਂ ਨੇ ਉਹਨਾਂ ਦੇ ਕੰਮ ਨੂੰ ਦੁਨੀਆ ਦੇ ਸਾਹਮਣੇ ਚੰਗੀ ਤਰ੍ਹਾਂ ਉਜਾਗਰ ਨਹੀਂ ਕੀਤਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਭਾਈ ਰਾਮ ਸਿੰਘ ਜੀ ਦੇ ਕੰਮ ਨੂੰ ਲੋਕਾਂ ਸਾਹਮਣੇ ਲੈ ਕੇ ਆਈਏ, ਉਹਨੂੰ ਉਜਾਗਰ ਕਰੀਏ ਅਤੇ ਉਹਨਾਂ ਦੀ ਖਾਸੀਅਤ ਸਾਰਿਆਂ ਤੱਕ ਪਹੁੰਚਾਈਏ। ਗੱਲ 1857 ਦੀ ਕਰੀਏ, ਜਦੋਂ ਭਾਰਤ ਦੀ ਪਹਿਲੀ ਆਜ਼ਾਦੀ ਦੀ ਲੜਾਈ ਲੜੀ ਗਈ, ਜਿਸ ਵਿੱਚ ਹਾਲਾਂਕਿ ਕਾਮਯਾਬੀ ਨਹੀਂ ਮਿਲੀ, ਪਰੰਤੂ ਬ੍ਰਿਟੇਨ ਦੀ ਹਕੂਮਤ ਦੀ ਨੀਂਹ ਸੀ ਉਹ ਹਿੱਲ ਗਈ ਸੀ। ਬ੍ਰਿਟੇਨ ਹਕੂਮਤ ਨੇ ਸ਼ਾਹੀ ਰਾਜ ਕਾਇਮ ਕਰ ਦਿੱਤਾ ਅਤੇ ਮਹਾਰਾਣੀ ਵਿਕਟੋਰੀਆ ਨੂੰ ਭਾਰਤ ਦੀ ਮਹਾਰਾਣੀ ਬਣਾ ਦਿੱਤਾ। ਇਹ ਗੱਲ ਅੰਗਰੇਜ਼ ਸਮਝ ਚੁੱਕੇ ਸਨ ਕਿ ਭਾਰਤ ਦੀ ਕਲਾ, ਭਾਰਤ ਦੀ ਵਿਰਾਸਤ, ਭਾਰਤ ਦੀ ਸੱਭਿਅਤਾ ਨੂੰ ਜ਼ਰੂਰ ਉਜਾਗਰ ਕਰਨਾ ਪੈਣਾ ਹੈ ਅਤੇ ਉਸ ਨੂੰ ਆਪਣੀ ਇਮਾਰਤਾਂ ਵਿੱਚ ਵੀ ਸ਼ਾਮਲ ਕਰਨਾ ਪੈਣਾ। ਇਸੇ ਸਦਕਾ 4-5 ਨਵੇਂ ਸਕੂਲ ਅਤੇ ਕਾਲਜ ਜੋ ਕਿ ਕਲਾ ਦੀ ਸਿੱਖਿਆ ਦਿੰਦੇ ਸਨ ਉਹ ਖੋਲ੍ਹੇ ਗਏ। ਉਹਨਾਂ ਚੋਂ ਇੱਕ ਸੀ ਮਾਇਓ ਸਕੂਲ ਆਫ ਆਰਟਸ, ਲਾਹੌਰ। ਇਸ ਸਕੂਲ ਦੀ ਜ਼ਿੰਮੇਵਾਰੀ ਜੌਨ ਲੌਕਵੁੱਡ ਕਿਪਲਿੰਗ ਨੂੰ ਦਿੱਤੀ ਗਈ ਅਤੇ ਉਹਨਾਂ ਨੂੰ ਇਹ ਹਿਦਾਇਤ ਕੀਤੀ ਗਈ ਕਿ ਚੁਣਿੰਦਾ ਕਾਰੀਗਰ, ਚੁਣਿੰਦਾ ਬੱਚੇ ਜੋ ਕਿ ਕਲਾ ਤੇ ਕਾਰੀਗਰੀ ਦੇ ਖੇਤਰ 'ਚ ਮਾਹਰ ਹਨ, ਉਹਨਾਂ ਨੂੰ ਇੱਥੇ ਸਿਖਲਾਈ ਦਿੱਤੀ ਜਾਵੇ, ਜੋ ਕਿ ਅੱਗੇ ਚੱਲ ਕੇ ਭਾਰਤ ਦੀਆਂ ਇਮਾਰਤਾਂ ਦੇ ਨਕਸ਼ੇ ਬਣਾਉਣਗੇ ਅਤੇ ਉਹਨਾਂ ਦਾ ਨਿਰਮਾਣ ਕਰਨਗੇ। ਇਹਨਾਂ ਚੋਂ ਇੱਕ ਸੀ ਭਾਈ ਰਾਮ ਸਿੰਘ ਜੀ, ਜੋ ਕਿ ਬਹੁਤ ਹੀ ਹੋਣਹਾਰ ਵਿਦਿਆਰਥੀ ਸਨ, ਕਿੱਤੇ ਵਜੋਂ ਤਰਖਾਣ ਸਨ, ਕਲਾ ਦੀ ਬਹੁਤ ਸਮਝ ਸੀ ਉਹਨਾਂ ਨੂੰ। ਜੌਨ ਲੌਕਵੁੱਡ ਕਿਪਲਿੰਗ ਦੇ ਖਾਸ ਬਣ ਗਏ। ਉਹਨਾਂ ਦੀ ਬਣਾਈ ਹੋਈ ਇਮਾਰਤਾਂ ਅਤੇ ਹੋਰਨਾਂ ਡਿਜ਼ਾਈਨਸ ਨੂੰ ਦੇਖ ਕੇ ਮਹਾਰਾਣੀ ਵਿਕਟੋਰੀਆ ਵੀ ਬਹੁਤ ਪ੍ਰਭਾਵਿਤ ਹੋਏ ਤੇ ਉਹਨਾਂ ਨੂੰ ਇੰਗਲੈਂਡ ਲੈ ਗਏ। ਔਸਬੋਰਨ ਹਾਊਸ ਦੇ ਵਿੱਚ ਉਹਨਾਂ ਨੇ ਦਰਬਾਰ ਹਾਲ, ਜੋ ਕਿ ਭਾਰਤੀ ਨਕਾਸ਼ੀ ਅਤੇ ਕਾਰੀਗਰੀ ਦਾ ਇੱਕ ਉਦਾਹਰਨ ਸੀ, ਉਹ ਬਣਾਇਆ, ਜਿਸ ਦੀ ਬਹੁਤ ਤਾਰੀਫ ਹੋਈ। ਬ੍ਰਿਟਿਸ਼ ਮੀਡੀਆ ਨੇ ਭਾਈ ਰਾਮ ਸਿੰਘ ਨੂੰ ਭਾਰਤ ਦਾ ਇੱਕ ਬਿਹਤਰੀਨ ਪ੍ਰੋਫੈਸਰ, ਆਰਕੀਟੈਕਚਰ ਦਾ ਇੱਕ ਖਾਸ ਇਨਸਾਨ ਅਤੇ ਮਹਾਰਾਣੀ ਦਾ ਇੱਕ ਖਾਸ ਆਰਕੀਟੈਕਟ ਕਹਿ ਕੇ ਨਵਾਜਿਆ। ਇਸ ਤੋਂ ਬਾਅਦ ਉਹਨਾਂ ਨੂੰ ਮੈਂਬਰ ਆਫ ਵਿਕਟੋਰੀਅਨ ਆਰਡਰ ਵੀ ਦਿੱਤਾ ਗਿਆ। ਲਾਹੌਰ ਪਰਤ ਕੇ ਉਹਨਾਂ ਨੇ ਹੋਰ ਬਿਲਡਿੰਗਾਂ ਦੇ ਨਕਸ਼ੇ ਬਣਾਏ, ਬਹੁਤ ਸਾਰੇ ਡਿਜ਼ਾਈਨ ਬਣਾਏ, ਜਿਨ੍ਹਾਂ ਵਿੱਚ ਤਰਖਾਨੀ ਦੀ ਜੋ ਰੇਖਾ ਗਣਿਤ ਦੀ ਜਿਹੜੀ ਤਕਨੀਕ ਹੈ ਉਸ ਨੂੰ ਵੀ ਸ਼ਾਮਲ ਕੀਤਾ ਗਿਆ। ਉਸ ਤੋਂ ਇਲਾਵਾ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਖਾਲਸਾ ਕਾਲਜ ਦਾ ਨਿਰਮਾਣ ਕੀਤਾ, ਜੋ ਕਿ ਦੁਨੀਆ 'ਚ ਬੜਾ ਮਸ਼ਹੂਰ ਹੈ। ਉਸ ਦੀ ਇਮਾਰਤ ਵੀ ਬਹੁਤ ਮਸ਼ਹੂਰ, ਪਰੰਤੂ ਭਾਈ ਰਾਮ ਸਿੰਘ ਜੀ ਦਾ ਜੋ ਉਹਦੇ ਵਿੱਚ ਯੋਗਦਾਨ ਸੀ ਉਹਨੂੰ ਉਨੀ ਚੰਗੀ ਤਰ੍ਹਾਂ ਉਜਾਗਰ ਨਹੀਂ ਕੀਤਾ। ਇਸ ਤੋਂ ਇਲਾਵਾ ਬਹੁਤ ਸਾਰੀਆਂ ਇਹੋ ਜਿਹੀਆਂ ਇਮਾਰਤਾਂ ਜਿਨ੍ਹਾਂ ਦਾ ਨਿਰਮਾਣ, ਡਿਜ਼ਾਈਨ ਭਾਈ ਰਾਮ ਸਿੰਘ ਜੀ ਵੱਲੋਂ ਕੀਤਾ ਗਿਆ, ਉਹਨਾਂ ਦਾ ਦੁਨੀਆ ਦੇ ਸਾਹਮਣੇ ਆਉਣਾ ਬਹੁਤ ਜ਼ਰੂਰੀ। ਇਸੇ ਲਈ ਮੈਂ ਇਹ ਰਿਸਰਚ ਭਾਈ ਰਾਮ ਸਿੰਘ ਜੀ ਤੇ PhD ਸ਼ੁਰੂ ਕੀਤੀ ਹੈ, ਜੋ ਕਿ ਮੈਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਕਰ ਰਿਹਾ ਹਾਂ। ਇਹ ਰਿਸਰਚ ਡਾਕਟਰ ਨਿਸਾਰ ਖਾਨ ਦੀ ਰਹਿਨੁਮਾਈ ਹੇਠ ਕੀਤੀ ਜਾਵੇਗੀ ਅਤੇ ਇਸ ਵਿੱਚ ਭਾਰਤ ਵਿੱਚ ਜਿਹੜਾ ਵੀ ਭਾਈ ਰਾਮ ਸਿੰਘ ਜੀ ਦਾ ਕੰਮ ਹੈ, ਜਿਹੜੇ ਉਹਨਾਂ ਦੇ ਡਿਜ਼ਾਈਨ ਬਣਾਏ, ਉਸ ਤੇ ਖੋਜ ਕੀਤੀ ਜਾਏਗੀ ਅਤੇ ਉਸ ਦੇ ਵਿੱਚ
ਜਿਹੜੀ ਸੁੰਦਰਤਾ ਹੈ ਉਸ ਦੇ ਵਿੱਚ ਜਿਹੜਾ ਗਣਿਤ ਹੈ, ਉਸ ਦੇ ਵਿੱਚ ਜਿਹੜੀ ਮੱਥੇ ਦਾ ਡਿਜ਼ਾਈਨ ਹੈ, ਜਿਹੜੇ ਆਰਚ ਦੀ ਬਣਾਵਟ ਹੈ, ਜਿਹੜੇ ਗੁੰਬਦ ਦੇ ਆਕਾਰ ਹਨ, ਉਹਨਾਂ ਸਾਰਿਆਂ ਦੀ ਖੋਜ ਕਰਕੇ ਇਹ ਪਤਾ ਲੱਗੇਗਾ ਕਿ ਉਹਨਾਂ ਦੇ ਕੰਮ ਦੇ ਵਿੱਚ ਕਿਹੜੀ ਖਾਸੀਅਤ ਸੀ ਜਿਹਦੇ ਕਰਕੇ ਉਹਨਾਂ ਦਾ ਕੰਮ ਪੂਰੀ ਤਰ੍ਹਾਂ ਭਾਰਤੀ ਮੂਲ ਦਾ ਹੀ ਹੈ। ਉਹਨਾਂ ਦਾ ਭਾਰਤੀ ਮੂਲ ਦਾ ਕੰਮ ਜੋ ਕਿ ਅੰਗਰੇਜ਼ਾਂ ਦੇ ਟਾਈਮ ਤੇ ਕੀਤਾ ਗਿਆ, ਜਦੋਂ ਕਿ ਬਾਕੀ ਸਾਰੇ ਆਰਕੀਟੈਕਟ ਅੰਗਰੇਜ਼ ਸਨ। ਭਾਈ ਰਾਮ ਸਿੰਘ ਜੀ ਦਾ ਇਹ ਕੰਮ ਬਹੁਤ ਹੀ ਅਮੁੱਲ ਅਤੇ ਉਹਨਾਂ ਦਾ ਯੋਗਦਾਨ ਬਹੁਤ ਹੀ ਖਾਸ ਹੈ। ਰਾਮਗੜੀਆ ਵਿਰਾਸਤ ਇਸ ਐਪੀਸੋਡ ਬਾਰੇ ਜੋ ਵੀ ਤੁਹਾਡੀ ਰਾਏ ਹੈ ਸਾਨੂੰ ਕਮੈਂਟ ਕਰਕੇ ਜਾਂ ਇਸ ਈਮੇਲ ਆਈਡੀ ਤੇ ਲਿਖ ਕੇ ਦੱਸੋ ਜੀ।